कल्लर केरी छपड़ी आए उलथे हंज चिंजू बोड़न ना पीवह उड्डण संधि डंज। कल्लर ਦਾ ਮਤਲਬ ਕਲਰ ਵਾਲੀ ਜਿਹੜੀ ਜ਼ਮੀਨ ਹੁੰਦੀ ਹੈ। ਛਪੜੀ ਤੋਂ ਭਾਵ ਛਪੜੀ ਜਿਹੜਾ ਨਿੱਕਾ ਜਿਹਾ ਟੋਬਾ ਪਾਣੀ ਭਰਿਆ ਹੁੰਦਾ ਕਿਸੇ ਟੋਏ ਵਿੱਚ। ਆਏ ਉਲੱਥੇ ਦਾ ਮਤਲਬ ਆ ਕੇ ਉਤਰੇ, ਉੜਦੇ ਉੜਦੇ ਆ ਉਤਰੇ। ਹੰਝ ਦਾ ਮਤਲਬ ਹੰਸ। ਬਾਬਾ ਫਰੀਦ ਜੀ ਕਹਿੰਦੇ ਨੇ ਕਲਰ ਦੀ ਛਪੜੀ ਵਿੱਚ ਹੰਸ ਆ ਉਤਰਦੇ ਨੇ ਛਪੜੀ ਦੇ ਕਿਨਾਰੇ। ਤੇ ਆਪਨੇ ਦੇਖਿਆ ਹੋਵੇਗਾ ਕਲਰ ਵਾਲੀ ਪੈਲੀ ਦੇ ਅੰਦਰ ਜਾਂ ਕਲਰ ਵਾਲੀਆਂ ਛਪੜੀਆਂ ਦੇ ਅੰਦਰ ਪਾਣੀ ਉਹਦਾ ਉੱਤੇ ਨਾ ਬੜਾ ਚਮਕਦਾਰ ਜਿਹਾ ਹੁੰਦਾ ਹੈ। ਇੰਝ ਜਾਪਦਾ ਜਿਵੇਂ ਪਾਣੀ ਬੜਾ ਸਾਫ਼ ਹੈ, ਪਰ ਜਦੋਂ ਉਹਦੇ ਵਿੱਚ ਹੱਥ ਪਾਈਏ ਤਾਂ ਉਹ ਨਿਰਾ ਚਿੱਕੜ ਹੁੰਦਾ ਹੈ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਹੰਸ ਜਿਹੜੇ ਨੇ ਕਿਤੇ ਉੱਡਦੇ ਹੋਏ ਕਲਰ ਦੀ ਛਪੜੀ ਤੇ ਆ ਉਤਰੇ। ਚਿੰਜੂ ਬੋੜਨ, ਚਿੰਜੂ ਦਾ ਮਤਲਬ ਚੁੰਝ, ਬੋੜਨ ਦਾ ਮਤਲਬ ਡੋਬਦੇ ਨੇ। ਇੱਥੇ ਨੰਨੇ ਦੇ ਥੱਲੇ ਹਲੰਤ ਹੈ, ਇਸ ਨੂੰ ਥੋੜਾ ਭਾਰਾ ਕਰਕੇ ਬੋਲਣਾ ਹੈ ਬੋੜਨ। ਚਿੰਜੂ ਬੋੜਨ ਕਿ ਉਹ ਆਪਣੀ ਚੁੰਝ ਉਸ ਪਾਣੀ ਵਿੱਚ ਡੋਬਦੇ ਨੇ, ਪਾਉਂਦੇ ਨੇ। ਨਾ ਪੀਵੇਂ, ਪਰ ਉਹਨੂੰ ਪੀਂਦੇ ਨਹੀਂ ਕਿਉਂਕਿ ਉਹ ਗੰਦਾ ਹੈ ਪਾਣੀ। ਭਲੇਖੇ ਨਾਲ ਚੁੰਝ ਪਾਉਂਦੇ ਤੇ ਹਨ ਲੇਕਿਨ ਪੀਂਦੇ ਨਹੀਂ, ਵਰਤਦੇ ਨਹੀਂ ਇਹਨੂੰ। ਉੱਡਣ ਸੰਧੀ ਡੰਜ, ਡੰਜ ਦਾ ਮਤਲਬ ਹੈ ਤਾਂਗ, ਸੰਧੀ ਦਾ ਮਤਲਬ ਦੀ। ਉਹਨਾਂ ਦੇ ਅੰਦਰ ਫਿਰ ਉੱਥੋਂ ਉੱਡ ਜਾਣ ਦੀ ਤਾਂਗ ਹੁੰਦੀ ਹੈ ਵੀ ਇੱਥੋਂ ਉੱਡ ਜਾਈਏ। ਯਾਨੀ ਕਲਰ ਦੀ ਛਪੜੀ ਦੇ ਕਿਨਾਰੇ ਤੇ ਕਿਤੇ ਹੰਸ ਆ ਉਤਰੇ ਨੇ, ਪਾਣੀ ਪੀਣਾ ਚਾਹੁੰਦੇ ਨੇ, ਚੁੰਝ ਡੋਬੀ ਹੈ, ਪਰ ਉਸ ਪਾਣੀ ਨੂੰ ਉਹ ਪੀਂਦੇ ਨਹੀਂ, ਉੱਥੋਂ ਉਹ ਉੱਡ ਜਾਣਾ ਚਾਹੁੰਦੇ ਨੇ, ਦੂਰ ਚਲੇ ਜਾਣਾ ਚਾਹੁੰਦੇ ਨੇ। ਇੱਕ ਮਿਸਾਲ ਲਈ ਹੈ ਗੱਲ। ਇੱਥੇ ਗੁਰਮੁਖਾਂ ਦੀ ਜੋ ਸੱਚੇ ਸੁੱਚੇ ਜੀਵਨ ਵਾਲੇ ਨੇ ਉਹਨਾਂ ਨੂੰ ਇਸ ਦੁਨੀਆ ਦੇ ਵਿੱਚ ਕਿਵੇਂ ਵਿਚਰਨਾ ਚਾਹੀਦਾ ਹੈ ਜਾਂ ਸਾਨੂੰ ਕਿਵੇਂ ਵਿਚਰਨਾ ਚਾਹੀਦਾ ਹੈ। ਇਸ ਸੰਸਾਰ ਦੇ ਅੰਦਰ ਵਿਕਾਰ ਮਾਨੋ ਕਲਰ ਦੀ ਛਪੜੀ ਨੇ। ਕਲਰ ਦੀ ਛਪੜੀ ਵਿਕਾਰ ਭਰੇ ਹੋਏ ਨੇ ਤੇ ਆਮ ਜੋ ਲੋਕ ਨੇ ਉਹਨਾਂ ਵਿਕਾਰਾਂ ਨੂੰ ਪੀ ਰਹੇ ਨੇ, ਮਾਨ ਰਹੇ ਨੇ, ਵਰਤ ਰਹੇ ਨੇ। ਲੇਕਿਨ ਜੋ ਰੱਬ ਦੇ ਪਿਆਰੇ ਨੇ, ਜੋ ਚੰਗੀ ਜ਼ਿੰਦਗੀ ਜੀਣਾ ਚਾਹੁੰਦੇ ਨੇ, ਉਹਨਾਂ ਵਿਕਾਰਾਂ ਨੂੰ ਵੇਖਦੇ ਨੇ, ਫਿਰ ਵਰਤਦੇ ਨਹੀਂ, ਉਥੋਂ ਦੂਰ ਜਾਣਾ ਚਾਹੁੰਦੇ ਨੇ, ਉਹਨਾਂ ਦਾ ਤਿਆਗ ਕਰਨਾ ਚਾਹੁੰਦੇ। ਤਾਂ ਸੰਸਾਰ ਦੇ ਅੰਦਰ ਕਲਰ ਦੀ ਛਪੜੀ ਵੀ ਹੋ ਸਕਦੀ ਹੈ। ਉਸ ਕਲਰ ਦੀ ਛਪੜੀ ਤੋਂ ਦੂਰ ਰਹਿਣ ਦਾ ਯਤਨ ਕਰਨਾ ਹੈ। ਜਿਵੇਂ ਕਬੀਰ ਸਾਕਤ ਸੰਗ ਨਾ ਕੀਜੀਏ, ਦੂਰੇ ਜਾਈਏ ਭਾਗ, ਬਾਂਸਨ ਕਾਰੋ ਪਰਸੀਏ ਤੋ ਕਿਛ ਲਾਗੇ ਦਾਗ। ਇੱਥੇ ਦੱਸਿਆ ਜਾ ਰਿਹਾ ਵੀ ਜੇ ਕਲਰ ਦੀ ਛਪੜੀ ਵਿੱਚ ਹੱਥ ਡੋਬੋਗੇ ਤਾਂ ਉਹ ਹੱਥ ਗੰਦਾ ਹੀ ਹੋਏਗਾ, ਮਿਲੇਗਾ ਕੁਛ ਨਹੀਂ। ਇਹ ਜਿਹੜੇ ਵਿਕਾਰ ਨੇ ਇਹ ਸਾਰੇ ਮਾਨੋ ਕਲਰ ਦੀ ਛਪੜੀ ਨੇ, ਇਹਨਾਂ ਵਿੱਚ ਹੱਥ ਪਾਓਗੇ ਤੇ ਗੰਦੇ ਹੀ ਹੋਵੋਗੇ। ਯਾਨੀ ਜੇ ਤੁਸੀਂ ਵਿਕਾਰ ਕਮਾਓਗੇ ਤਾਂ ਤੁਹਾਡੀ ਸੁਰਤ, ਤੁਹਾਡੀ ਮੈਂਟੈਲਿਟੀ, ਇਹ ਸਾਰਾ ਕੁਝ ਗੜਬੜ ਹੋ ਜਾਏਗਾ। ਬੋਲ ਮਾੜੇ ਬੋਲਣ ਲੱਗ ਜਾਓਗੇ, ਨਜ਼ਰੀਆ ਮਾੜਾ ਹੋ ਜਾਏਗਾ, ਬਿਹੇਵ ਮਾੜਾ ਹੋ ਜਾਏਗਾ ਜੇ ਵਿਕਾਰਾਂ ਦੇ ਨਾਲ ਆਪਣਾ ਸੰਬੰਧ ਬਣਾਓਗੇ। ਤਾਂ ਬਾਬਾ ਫਰੀਦ ਜੀ ਸਾਨੂੰ ਇੱਥੇ ਸੁਚੇਤ ਕਰ ਰਹੇ ਨੇ ਕਿ ਇਹਨਾਂ ਵਿਕਾਰਾਂ ਤੋਂ ਸੁਚੇਤ ਰਹਿਣਾ ਹੈ, ਜਿਸ ਕਰਕੇ ਜ਼ਿੰਦਗੀ ਬਰਬਾਦ ਨਾ ਹੋਵੇ। ਔਰ ਦੂਜੀ ਗੱਲ ਇਹ ਕਹਿ ਰਹੇ ਨੇ ਕਿ ਵਿਕਾਰਾਂ ਨੂੰ ਮਾਣਨ ਦੇ ਨਾਲ ਜ਼ਿੰਦਗੀ ਦੇ ਅੰਦਰ ਕਦੇ ਸੁੱਖ ਸ਼ਾਂਤੀ ਨਹੀਂ ਆਉਂਦੀ, ਕੇਵਲ ਉਹਨਾਂ ਦੇ ਵਿੱਚੋਂ ਸਾਡੇ ਜੀਵਨ ਵਿੱਚ ਦੁੱਖ ਹੀ ਪੈਦਾ ਹੁੰਦੇ ਨੇ। ਦੂਜੀ ਗੱਲ ਕਰਦੇ ਨੇ ਹੰਸ ਉੱਡਰ ਕੋਧਰੇ ਪਿਆ, ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ, ਹੰਸ ਨਾ ਕੋਧਰਾ ਖਾਏ। ਕੋਧਰੇ ਦੇ ਖੇਤ ਦੇ ਅੰਦਰ ਹੰਸ ਕਿਤੇ ਉੱਡ ਕੇ ਜਾ ਬੈਠਾ। ਕੋਧਰੇ ਪਿਆ ਦਾ ਮਤਲਬ ਪਿਆ ਜਾ ਕੇ ਬਹਿ ਗਿਆ। ਲੋਕ ਵਿਡਾਰਨ ਜਾਏ ਤਾਂ ਜਿਹੜਾ ਬੰਦਾ ਹੈ, ਉਸ ਖੇਤ ਦਾ ਮਾਲਕ ਹੈ ਜਾਂ ਆਮ ਇਨਸਾਨ ਹੈ, ਉਹਨੂੰ ਉਡਾਉਣ ਵਾਸਤੇ ਜਾਂਦਾ ਹੈ ਕਿ ਕਿਤੇ ਪੈਲੀ ਦਾ ਨੁਕਸਾਨ ਨਾ ਕਰੇ। ਹੰਸ ਕੋਧਰੇ ਦੇ ਖੇਤ ਵਿੱਚ ਜਾ ਬੈਠਾ
ਤੇ ਖੇਤ ਦਾ ਜੋ ਮਾਲਕ ਹੈ ਉਹਨੂੰ ਉਡਾਣ ਵਾਸਤੇ ਜਾਂਦਾ ਹੈ ਕਿ ਇਹ ਖੇਤ ਦਾ ਨੁਕਸਾਨ ਨਾ ਕਰੇ। ਪਰ ਬਾਬਾ ਫਰੀਦ ਜੀ ਕਹਿੰਦੇ ਨੇ ਗਹਿਲਾ ਲੋਕ ਨਾ ਜਾਣਦਾ। ਗਹਿਲਾ ਦਾ ਮਤਲਬ ਬੇਸਮਝ, ਲੋਕ ਦਾ ਮਤਲਬ ਜਗਤ, ਆਮ ਇਨਸਾਨ। ਆਮ ਇਨਸਾਨ ਬੇਸਮਝ ਹੈ, ਉਹ ਤੇ ਇਹ ਜਾਣਦਾ ਹੀ ਨਹੀਂ ਕਿ ਹੰਸ ਤਾਂ ਕੋਦਰਾ ਖਾਂਦਾ ਹੀ ਨਹੀਂ। ਹੰਸ ਕੋਦਰਾ ਨਹੀਂ ਖਾਂਦਾ, ਇਸ ਲਈ ਉਹਨੂੰ ਉਡਾਨ ਦੀ ਜ਼ਰੂਰਤ ਨਹੀਂ ਹੈ। ਤਾਂ ਇੱਥੇ ਇੱਕ ਗੁਹਜ ਭਾਵ ਦੱਸਿਆ ਜਾ ਰਿਹਾ, ਅਸਾਂ ਇਸ ਸੰਸਾਰ ਦੇ ਅੰਦਰ ਹੀ ਰਹਿਣਾ ਹੈ। ਕਈ ਵਾਰ ਚੰਗਾ ਇਨਸਾਨ ਵਿਚਰਦਾ ਹੋਇਆ, ਚੱਲਦਾ ਹੋਇਆ, ਜ਼ਿੰਦਗੀ ਜੀਂਦਾ, ਵਿਚਰਦਾ ਦਾ ਮਤਲਬ ਜੀਵਨ ਜੀਂਦਿਆਂ ਸਮਾਜ ਦੇ ਅੰਦਰ ਕਿਤੇ ਐਸੀ ਜਗ੍ਹਾ ਤੇ ਚਲਾ ਜਾਂਦਾ ਹੈ ਤੇ ਲੋਕ ਸਮਝਦੇ ਨੇ ਸ਼ਾਇਦ ਕਿ ਇਹ ਵੀ ਵਿਕਾਰ ਕਮਾਉਣ ਵਾਸਤੇ ਆਇਆ ਹੈ, ਪਰ ਉਹਨਾਂ ਨੂੰ ਇਹ ਪਤਾ ਨਹੀਂ ਕਿ ਇਹ ਤਾਂ ਹੰਸ ਹੈ, ਇਹ ਗੁਰਮੁਖ ਹੈ, ਤਾਂ ਨਿਰਲੇਪ, ਇਹ ਤਾਂ ਵਿਕਾਰ ਕਮਾਉਂਦਾ ਹੀ ਨਹੀਂ ਹੈ। ਇਹ ਤਾਂ ਵਿਕਾਰ ਕਮਾਉਂਦਾ ਹੀ ਨਹੀਂ। ਜਿਵੇਂ ਕਿਤੇ ਹੁਣ ਕੋਈ ਵਿਆਹ ਸ਼ਾਦੀ ਹੈ ਤੇ ਉਸ ਵਿਆਹ ਸ਼ਾਦੀ ਦੇ ਅੰਦਰ ਜਾਓ ਤਾਂ ਕਈ ਵਾਰ ਜਾਈਏ ਤਾਂ ਉੱਥੇ ਸ਼ਰਾਬ ਆਦਿਕ ਵੀ ਪਿਆ ਹੁੰਦਾ ਹੈ, ਕਿਉਂਕਿ ਉਹਨਾਂ ਦਾ ਆਪਣਾ ਢੰਗ ਤਰੀਕਾ ਹੈ ਨਾ ਹਰ ਬੰਦੇ ਦਾ। ਤੇ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਸ਼ਰਾਬ ਵਗੈਰਾ, ਨਸ਼ਾ ਵਗੈਰਾ ਨਹੀਂ ਵਰਤਦੇ। ਤੇ ਹੁਣ ਵਿਆਹ ਸ਼ਾਦੀ ਵਿੱਚ ਤੇ ਜਾਣਾ ਪਵੇਗਾ ਨਾ, ਜਿਹੜਾ ਸਮਾਜਿਕ ਮਿਲਵਰਤਨ ਹੈ ਉੱਥੇ ਉਹ ਵੀ ਜਾਂਦੇ ਨੇ। ਤੇ ਜੇ ਉਧਰੋਂ ਵੀ ਕੋਈ ਲੰਘ ਰਿਹਾ ਹੋਵੇ ਤੇ ਕੋਈ ਬੰਦਾ ਸ਼ੱਕ ਕਰੇ ਵੀ ਸ਼ਾਇਦ ਇਹ ਵੀ ਸ਼ਰਾਬ ਪੀਣੀ ਚੱਲਿਆ, ਇਹਨੂੰ ਇਧਰ ਨਹੀਂ ਜਾਣਾ ਚਾਹੀਦਾ, ਕਿਉਂ ਗਿਆ ਹੈ, ਤਾਂ ਉਹ ਸ਼ੱਕ ਉਹਨਾਂ ਦਾ ਬੇਕਾਰ ਦਾ ਹੈ, ਕਿਉਂਕਿ ਉਹ ਸ਼ਰਾਬ ਪੀਂਦਾ ਹੀ ਨਹੀਂ ਹੈ। ਜੇ ਉੱਥੇ ਜਾਏਗਾ ਵੀ ਤਾਂ ਉਹਨੇ ਕਿਹੜਾ ਪੀਣੀ ਹੈ, ਨਿਰਲੇਪ ਹੈ। ਤਾਂ ਇੱਥੇ ਗੱਲ ਨਿਰਲੇਪਤਾ ਦੀ ਕੀਤੀ ਜਾ ਰਹੀ ਹੈ। ਜਿਵੇਂ ਹੰਸ ਕੋਦਰੇ ਦੀ ਜ਼ਮੀਨ ਵਿੱਚ ਜਾ ਬੈਠੇ ਤਾਂ ਉਹਨੂੰ ਉੱਥੋਂ ਉਡਾਣ ਦੀ ਲੋੜ ਨਹੀਂ ਹੈ, ਕਿਉਂਕਿ ਹੰਸ ਕੋਦਰਾ ਖਾਂਦਾ ਹੀ ਨਹੀਂ, ਉਹਨੇ ਖਾਣਾ ਨਹੀਂ, ਉਹਨੇ ਨੁਕਸਾਨ ਕਰਨਾ ਹੀ ਨਹੀਂ। ਇਸੇ ਤਰ੍ਹਾਂ ਜੋ ਗੁਰਮੁਖ ਪਿਆਰੇ ਨੇ, ਰੱਬੀ ਪਿਆਰੇ ਨੇ, ਸੱਚ ਦੇ ਨਾਲ ਜੋ ਜੁੜੇ ਹੋਏ ਨੇ, ਉਹ ਇਸ ਸੰਸਾਰ ਵਿੱਚ ਹੀ ਰਹਿੰਦੇ ਨੇ, ਲੇਕਿਨ ਸੰਸਾਰ ਤੋਂ ਨਿਰਲੇਪ ਰਹਿੰਦੇ ਨੇ। ਉਹਨਾਂ ਦੀ ਸੁਰਤ ਵਿਕਾਰਾਂ ਵਿੱਚ ਲਿਬੜੀ ਹੋਈ ਨਹੀਂ ਹੁੰਦੀ। ਉਹ ਆਪਣੀ ਚੁੰਝ ਨੂੰ ਵਿਕਾਰਾਂ ਵਿੱਚ ਮਾਰਦੇ ਨਹੀਂ। ਉਹ ਬੇਗਾਨਾ ਹੱਕ ਨਹੀਂ ਖਾਂਦੇ। ਉਹ ਕਿਸੇ ਦੇ ਨਾਲ ਬੇਨਿਆਈ ਨਹੀਂ ਕਰਦੇ। ਉਹ ਕਿਸੇ ਦੇ ਨਾਲ ਧੋਖਾਧੜੀ ਨਹੀਂ ਕਰਦੇ। ਰਹਿਣਾ ਉਹਨਾਂ ਨੇ ਇਸ ਸੰਸਾਰ ਵਿੱਚ, ਉਹ ਨਿਰਲੇਪ ਰਹਿੰਦੇ ਨੇ। ਤਾਂ ਸਾਨੂੰ ਇੱਥੇ ਜ਼ਿੰਦਗੀ ਜੀਣ ਵਾਸਤੇ ਇੱਕ ਢੰਗ ਮਿਲ ਰਿਹਾ ਹੈ ਬੜਾ ਪਿਆਰਾ, ਕਿ ਇਸ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਅਸਾਂ ਵਿਕਾਰਾਂ ਤੋਂ ਨਿਰਲੇਪ ਰਹਿਣਾ ਹੈ, ਸੱਚ ਦੇ ਨਾਲ ਜੁੜਨਾ ਹੈ, ਹੁਕਮ ਰਜ਼ਾਈ ਚੱਲਣਾ ਹੈ ਔਰ ਗੁਣਾਂ ਦੇ ਧਾਰਨੀ ਹੋਣਾ ਹੈ। ਤਾਂ ਸਾਡੀ ਜ਼ਿੰਦਗੀ ਸੌਖੀ ਬੀਤ ਸਕਦੀ ਹੈ, ਜੀਵਨ ਦੇ ਅੰਦਰ ਖੁਸ਼ੀਆਂ ਖੇੜੇ ਰਹਿ ਸਕਦੇ ਨੇ। ਯਾਨੀ ਇਸ ਸੰਸਾਰ ਵਿੱਚ ਰਹਿੰਦਿਆਂ ਵਿਕਾਰਾਂ ਤੋਂ ਨਿਰਲੇਪ ਰਿਹਾ ਜਾ ਸਕਦਾ ਹੈ। ਚੱਲ ਚੱਲ ਗਈਆਂ ਪੰਖੀਆਂ ਜਿਨੀ ਵਸਾਏ ਤਲ, ਫਰੀਦਾ ਸਰ ਭਰਿਆ ਪੀਚਲ ਸੀ, ਥੱਕੇ ਕਵਲ ਇਕਲ। ਇਸ ਪਾਵਨ ਸ਼ਲੋਕ ਦਾ ਵਿਚਾਰ ਕਰਨ ਲੱਗਿਆ ਵਿਦਵਾਨਾਂ ਦੇ ਵਿੱਚ ਥੋੜਾ ਜਿਹਾ ਮਤਭੇਦ ਹੈ। ਚੱਲ ਚੱਲ ਗਈਆਂ ਦਾ ਮਤਲਬ ਆਪੋ ਆਪਣੀ ਵਾਰੀ ਚਲੀਆਂ ਗਈਆਂ। ਪੰਖੀਆਂ, ਪੰਖੀਆਂ ਦਾ ਮਤਲਬ ਪੰਛੀਆਂ ਦੀਆਂ ਡਾਰਾਂ, ਚਿੜੀਆਂ, ਕਾਂ, ਕਬੂਤਰ, ਅਨੇਕਾਂ ਪੰਛੀ ਨੇ, ਡਾਰਾਂ ਹੁੰਦੀਆਂ ਨਾ। ਜੇ ਇੱਕ ਦੋ ਹੋਣ ਤਾਂ ਅਸੀਂ ਕਹਿੰਦੇ 2 ਚਿੜੀਆਂ ਨੇ, 4 ਨੇ, 6 ਨੇ, 10 ਨੇ। ਪਰ ਜਦੋਂ ਬਹੁਤ ਜ਼ਿਆਦੀਆਂ ਹੋਣ ਤਾਂ ਅਸੀਂ ਕਹਿੰਦੇ ਚਿੜੀਆਂ ਦੀ ਡਾਰ, ਮੁਰਗਾਬੀਆਂ ਦੀ ਡਾਰ। ਚੱਲ ਚੱਲ ਗਈਆਂ ਪੰਖੀਆਂ ਜਿਨੀ ਵਸਾਏ ਤਲ। ਤਲ ਦਾ ਮਤਲਬ ਤਲਾਬ, ਵਸਾਏ ਦਾ ਮਤਲਬ ਰੌਣਕ ਲਾਈ ਹੋਈ ਸੀ, ਜਿਨ੍ਹਾਂ ਕਰਕੇ ਸੰਸਾਰ ਬੜਾ ਸੁਹਾਵਣਾ ਲੱਗਦਾ ਸੀ, ਬਣਿਆ ਹੋਇਆ ਸੀ। ਬਾਬਾ ਫਰੀਦ ਜੀ ਕਹਿੰਦੇ ਨੇ ਜਿਨ੍ਹਾਂ ਜੀਵ ਪੰਛੀਆਂ ਦੀਆਂ ਡਾਰਾਂ ਨੇ ਇਸ ਤਲਾਬ ਨੂੰ ਸੁਹਾਵਣਾ ਬਣਾਇਆ ਹੋਇਆ ਸੀ। ਯਾਨੀ ਇਸ ਸੁਹਾਵਣੇ ਤਲਾਬ ਦੇ ਕਿਨਾਰੇ ਤੇ ਰਹਿ ਰਹੀਆਂ ਸਨ ਅਨੇਕਾਂ ਜੀਵ ਜੰਤ ਜਿਹੜੇ ਨੇ, ਮਨੁੱਖ ਮਾਤਰ, ਡਾਰਾਂ ਦੀਆਂ ਡਾਰਾਂ। ਚੱਲ ਚੱਲ ਗਈਆਂ ਦਾ ਮਤਲਬ ਉਹ ਆਪੋ ਆਪਣੇ ਵਾਰੀ ਦੇ ਨਾਲ ਇਸ ਸੰਸਾਰ ਨੂੰ ਛੱਡ ਕੇ ਚਲੀਆਂ ਗਈਆਂ, ਡਾਰਾਂ ਦੀਆਂ ਡਾਰਾਂ ਚ ਚਲੀਆਂ ਗਈਆਂ। ਇੱਥੇ ਕੋਈ ਇੱਕ ਥੋੜੀ ਮਰਿਆ ਹੈ। ਜੇ ਅਸੀਂ ਸਰੀਰਕ ਮੌਤ ਦੀ ਗੱਲ ਕਰੀਏ ਤਾਂ ਇੱਕ ਥੋੜੀ, ਇੱਥੇ ਲੱਖਾਂ ਲੋਕ ਆਏ, ਲੱਖਾਂ ਚਲੇ ਗਏ, ਜਾ ਰਹੇ ਨੇ, ਜਾਂਦੇ ਰਹਿਣਗੇ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਜਿਨ੍ਹਾਂ ਜੀਵ ਪੰਛੀਆਂ
ਦੀਆਂ ਡਾਰਾਂ ਨੇ ਸੰਸਾਰ ਸਰੋਵਰ ਨੂੰ ਸੁਹਾਵਣਾ ਬਣਾਇਆ ਹੋਇਆ ਸੀ, ਆਪੋ ਆਪਣੀ ਵਾਰੀ ਇਹਨੂੰ ਛੱਡ ਕੇ ਚਲੀਆਂ ਗਈਆਂ। ਫਰੀਦਾ ਸਰ ਭਰਿਆ ਪੀ ਚਲਸੀ। ਸਰ ਦਾ ਮਤਲਬ ਸਰੋਵਰ, ਚਲਸੀ ਦਾ ਮਤਲਬ ਮੁੱਕ ਜਾਏਗਾ, ਚਲਾ ਜਾਏਗਾ, ਸੁੱਕ ਜਾਏਗਾ। ਇਹ ਜਿਹੜਾ ਭਰਿਆ ਹੋਇਆ ਸਰੋਵਰ ਯਾਨੀ ਜਿਹਦੇ ਵਿੱਚ ਹੁਣ ਅਸੀਂ ਇਸ ਟਾਈਮ ਰਹਿ ਰਹੇ ਹਾਂ, ਇਹ ਵੀ ਸੁੱਕ ਜਾਏਗਾ, ਯਾਨੀ ਅਸੀਂ ਵੀ ਇੱਥੋਂ ਚਲੇ ਜਾਵਾਂਗੇ। ਮੀਨ ਸਾਡੀ ਵੀ ਸਰੀਰਕ ਮੌਤ ਹੋ ਜਾਏਗੀ। ਸਾਡੇ ਤੋਂ ਪਹਿਲੇ ਚਲੇ ਗਏ, ਅਸੀਂ ਵੀ ਚਲੇ ਜਾਣਾ ਹੈ, ਤੇ ਜੋ ਬਾਕੀ ਬੱਚੇ ਨੇ ਉਹ ਵੀ ਜਾਣਗੇ। ਤਾਂ ਬਾਬਾ ਫਰੀਦ ਜੀ ਕਹਿ ਰਹੇ ਨੇ ਸਰੋਵਰ ਵੀ ਸੁੱਕ ਜਾਏਗਾ, ਭਾਵ ਕਿ ਜਿਹੜੇ ਵਰਤਮਾਨ ਵਿੱਚ ਜੀਵ ਨੇ ਉਹ ਵੀ ਮਰਨਗੇ, ਉਹਨਾਂ ਦੀ ਵੀ ਮੌਤ ਆਏਗੀ। ਥੱਕੇ ਕਵਲ ਇਕੱਲ। ਥੱਕੇ ਦਾ ਮਤਲਬ ਥੱਕ ਗਏ। ਹੁਣ ਇਹਦਾ ਅਰਥ ਕਰਨ ਲੱਗਿਆ ਵਿਦਵਾਨਾਂ ਵਿੱਚ ਮਤਭੇਦ ਹੈ। ਇੱਥੇ ਥੱਕੇ ਦਾ ਮਤਲਬ ਉਹਨਾਂ ਨੇ ਲਿਆ ਹੈ ਥੱਕ ਕੇ ਟਿਕ ਗਏ। ਕਵਲ ਦਾ ਮਤਲਬ ਕਮਲ ਦੇ ਫੁੱਲ, ਯਾਨੀ ਜਿਹੜੇ ਨਿਰਲੇਪ ਇਨਸਾਨ ਨੇ, ਜਿਨ੍ਹਾਂ ਨੂੰ ਪਿੱਛੇ ਪੰਕਤੀਆਂ ਵਿੱਚ ਹੰਸ ਵੀ ਕਿਹਾ ਹੈ। ਥੱਕੇ ਕਵਲ ਇਕੱਲ ਦਾ ਮਤਲਬ ਉਹ ਇਕੱਲੇ ਟਿਕੇ ਰਹੇ। ਲੇਕਿਨ ਭਾਈ ਪ੍ਰੋਫੈਸਰ ਸਾਹਿਬ ਸਿੰਘ ਜੀ ਇਹਦਾ ਅਰਥ ਕਰ ਰਹੇ ਨੇ ਥੱਕੇ ਦਾ ਮਤਲਬ ਥੱਕ ਗਏ, ਕਵਲ ਇਕੱਲ ਦਾ ਮਤਲਬ ਜਿਹੜੇ ਪਿੱਛੇ ਕਮਲ ਫੁੱਲ ਬਚੇ ਉਹ ਵੀ ਥੱਕ ਜਾਣਗੇ, ਉਹ ਵੀ ਚਲੇ ਜਾਣਗੇ। ਯਾਨੀ ਉਹ ਵੀ ਨਹੀਂ ਬਚਣਗੇ ਨਾ, ਜਿਹੜੇ ਡਾਰਾਂ ਦੀਆਂ ਡਾਰਾਂ ਪਹਿਲਾਂ ਚਲੀਆਂ ਗਈਆਂ, ਜਿਹੜੇ ਹੁਣ ਨੇ ਵਰਤਮਾਨ ਵਿੱਚ, ਇਹ ਵੀ ਚਲੇ ਜਾਣਗੇ, ਤੇ ਜਿਹੜੇ ਫਿਊਚਰ ਵਿੱਚ ਆਉਣ ਵਾਲੇ ਨੇ ਉਹ ਵੀ ਚਲੇ ਜਾਣਗੇ। ਯਾਨੀ ਸੰਸਾਰ ਦੀ ਨਾਸ਼ਮਾਨਤਾ ਦਰਸਾ ਰਹੇ ਨੇ ਕਿ ਸਰੀਰਕ ਤੌਰ ਤੇ ਇਸ ਦੁਨੀਆ ਵਿੱਚ ਕੋਈ ਵੀ ਨਹੀਂ ਰਹੇਗਾ। ਪਹਿਲੀ ਗੱਲ, ਸਰੀਰਕ ਤੌਰ ਤੇ ਇਸ ਦੁਨੀਆ ਵਿੱਚ ਕੋਈ ਨਹੀਂ ਰਹੇਗਾ, ਤੇ ਸਰੀਰਕ ਤੌਰ ਤੇ ਅਸੀਂ ਰਹਿ ਵੀ ਨਹੀਂ ਸਕਦੇ। ਸਰੀਰਕ ਮੌਤ ਨੂੰ ਰੋਕਿਆ ਵੀ ਨਹੀਂ ਜਾ ਸਕਦਾ। ਜੇ 100 ਵਰਿਆਂ ਜੀਵਣਾ ਪੀਤਨ ਹੋ ਸਿੱਖੇ। ਤਾਂ ਇਸ ਸ਼ਲੋਕ ਦੇ ਵਿੱਚੋਂ ਅਸੀਂ ਇੱਕ ਹੋਰ ਐਂਗਲ ਤੋਂ ਦੇਖਣ ਦਾ ਯਤਨ ਕਰਦੇ ਹਾਂ। ਚਲ ਗਈਆਂ ਪੰਖੀਆਂ, ਯਾਨੀ ਜੀਵਾਂ ਦੀਆਂ ਡਾਰਾਂ ਜੋ ਇਸ ਸੁਹਾਵਣੇ ਸੰਸਾਰ ਵਿੱਚ ਵਸ ਰਹੇ ਸਨ ਤੇ ਵਿਕਾਰ ਕਮਾ ਰਹੇ ਸਨ, ਸੱਚ ਦਾ ਤਿਆਗ ਕਰ ਦਿੱਤਾ ਸੀ। ਚਲ ਗਈਆਂ ਦਾ ਮਤਲਬ ਆਤਮਕ ਮੌਤੇ ਮਰ ਗਈਆਂ। ਸੋ ਜੀਵਿਆ ਜਿਸ ਮਨ ਵਸਿਆ ਸੋਏ। ਅਸਲ ਜਿਉਂਦਾ ਇਨਸਾਨ ਉਹ ਹੈ ਜਿਹਦੇ ਮਨ ਦੇ ਅੰਦਰ ਸੱਚ ਵਸ ਗਿਆ, ਜੋ ਸੱਚ ਦੇ ਨਾਲ ਜੁੜ ਗਿਆ। ਆਖਾਂ ਜੀਵਾਂ ਵਿਸਰੇ ਮਰ ਜਾਉ, ਜਾਂ ਮਰਣੰ ਵਿਸਰਣੰ ਗੋਬਿੰਦੈ ਜੀਵਨੰ ਹਰ ਨਾਮ ਧਿਆਵਣੇ। ਤਾਂ ਜਿਨ੍ਹਾਂ ਨੇ ਸੱਚ ਦਾ ਤਿਆਗ ਕਰ ਦਿੱਤਾ ਉਹ ਅਨੇਕਾਂ ਲੋਕ ਚਲੇ ਗਏ। ਸਰ ਭਰਿਆ ਭੀ ਚਲਸੀ, ਜਿਹੜਾ ਹੁਣ ਭਰਿਆ ਹੋਇਆ ਸਰੋਵਰ ਹੈ, ਹੁਣ ਅਸੀਂ ਜੀ ਰਹੇ ਹਾਂ। ਜੇ ਅਸੀਂ ਸੱਚ ਦੇ ਨਾਲੋਂ ਟੁੱਟ ਜਾਵਾਂਗੇ ਤੇ ਅਸੀਂ ਵੀ ਚਲੇ ਜਾਵਾਂਗੇ, ਸਾਡੀ ਵੀ ਮੌਤ ਹੋ ਜਾਏਗੀ। ਜੇ ਸੱਚ ਨਾਲੋਂ ਟੁੱਟਿਆ, ਰੱਬੀ ਰਜ਼ਾ ਨਾਲੋਂ, ਰੱਬੀ ਗੁਣਾਂ ਨਾਲੋਂ ਟੁੱਟਿਆ, ਇਨਸਾਨੀਅਤ ਮੌਤ ਹੋ ਜਾਂਦੀ ਹੈ ਨਾ, ਤਾਂ ਜੇ ਇੱਕ ਦੀ ਹੁੰਦੀ ਹੈ ਤੇ ਦੂਜਾ ਟੁੱਟੇਗਾ, ਉਹਦੀ ਵੀ ਹੋ ਜਾਏਗੀ। ਜੇ ਮੇਰਾ ਪੜੋਸੀ ਜਿਹੜਾ ਸੱਚ ਨਾਲੋਂ ਟੁੱਟਿਆ ਉਹ ਆਤਮਕ ਮੌਤ ਤੇ ਮਰ ਗਿਆ, ਤਾਂ ਜੇ ਮੈਂ ਸੱਚ ਨਾਲੋਂ ਟੁੱਟਾਂਗਾ ਤਾਂ ਮੈਂ ਵੀ ਆਤਮਕ ਮੌਤ ਤੇ ਮਰ ਜਾਵਾਂਗਾ, ਮੇਰੇ ਅੰਦਰੋਂ ਵੀ ਇਨਸਾਨੀਅਤ ਮਰ ਜਾਏਗੀ। ਸਰ ਭਰਿਆ ਭੀ ਚਲਸੀ, ਜਿਹੜਾ ਭਰਿਆ ਹੋਇਆ ਸਰੋਵਰ ਹੈ, ਰੌਣਕ ਲੱਗੀ ਹੈ। ਜੇ ਇਹ ਲੋਕ ਸੱਚ ਦੇ ਨਾਲੋਂ ਟੁੱਟ ਜਾਣਗੇ ਤਾਂ ਇਹ ਵੀ ਆਤਮਕ ਮੌਤ ਸਹੇੜ ਲੈਣਗੇ। ਥੱਕੇ ਕਵਲ ਇਕੱਲ, ਥੱਕੇ ਦਾ ਮਤਲਬ ਟਿਕ ਗਏ, ਕਵਲ ਦਾ ਮਤਲਬ ਕਵਲ, ਇਕੱਲ ਦਾ ਮਤਲਬ ਇਕੱਲੇ। ਤੇ ਕਵਲ ਸ਼ਬਦ ਇੱਥੇ ਵਰਤਿਆ ਗਿਆ ਹੈ ਨਿਰਲੇਪਤਾ ਵਾਸਤੇ, ਕਿਉਂਕਿ ਪਾਣੀ ਦੇ ਵਿੱਚ ਰਹਿੰਦਾ, ਚਿੱਕੜ ਦੇ ਵਿੱਚ ਰਹਿੰਦਾ ਕਮਲ ਦਾ ਜਿਹੜਾ ਫੁੱਲ ਹੈ, ਪਾਣੀ ਵਿੱਚ ਡੁੱਬਦਾ ਨਹੀਂ। ਜੈਸੇ ਜਲ ਮੇਂ ਕਮਲ ਨਿਰਾਲਮ। ਥੱਕੇ ਦਾ ਮਤਲਬ ਟਿਕ ਗਏ। ਜਿਹੜੇ ਨਿਰਲੇਪ ਸਨ ਇਸ ਦੁਨੀਆ ਵਿੱਚ ਰਹਿੰਦੇ ਆ, ਉਹ ਟਿਕੇ ਰਹਿ ਗਏ, ਸਿਰਫ ਉਹਨਾਂ ਦਾ ਆਤਮਿਕ ਜੀਵਨ ਬਚ ਗਿਆ। ਉਹਨਾਂ ਦਾ ਆਤਮਿਕ ਜੀਵਨ ਬਚ ਗਿਆ, ਜੋ ਕਮਲ ਦੀ ਤਰ੍ਹਾਂ ਇਸ ਦੁਨੀਆ ਦੇ ਵਿੱਚ ਨਿਰਲੇਪ ਰਹੇ। ਤੇ ਹਕੀਕਤ ਹੈ, ਜਦੋਂ ਅਸੀਂ ਨਿਰਪੱਖਤਾ ਦੇ ਨਾਲ ਇਸ ਸੰਸਾਰ ਵੱਲ ਇੱਕ ਝਾਤ ਮਾਰਾਂਗੇ ਤਾਂ ਸਾਨੂੰ ਚੌਗਿਰਦੇ ਐਸੀਆਂ ਘਟਨਾਵਾਂ ਵਾਪਰੀਆਂ ਹੋਈਆਂ ਜਾਂ ਵਾਪਰਦੀਆਂ ਦਿਸਣਗੀਆਂ, ਜਿਹੜੇ ਵੀ ਇਨਸਾਨ ਅਨੇਕਾਂ ਸੱਚ ਦਾ ਨਾਲ ਟੁੱਟੇ ਤਾਂ ਉਹਨਾਂ ਦੇ ਅੰਦਰ ਇਨਸਾਨੀਅਤ ਨਾ ਰਹੀ, ਖੁਸ਼ੀਆਂ ਨਾ ਰਹੀਆਂ।
अनेकां परिवार, अनेकां घर, अनेकां जीवन इस आत्मक मौत का शिकार हो गए। जे असी ऐसी जिंदगी जीवांगे तो असी भी ऐसा शिकार आत्मक मौत का हो जावांगे। केवल वो बचणगे ਜਿਹੜੇ कंवल की तरह निर्लेप ने, मेर तेर दे वितकरे तो निर्लेप ने, अपने पराए दे भेदभाव तो निर्लेप ने, ਜਿਹੜੇ विकारां तो निर्लेप ने, जो मन वचन कर्म करके सच दे राह ते चल रहे ने, ਉਹ कंवल ਜਿਹੜੇ ਨੇ, ਉਹ ਜਿਹੜੇ निर्लेप लोग ने, ਉਹ आत्मक मौत ते मरनों बच गए, ਉਹਨਾਂ ਨੂੰ आत्मक जीवन मिलिया, ਉਹ ਰੱਬੀ रजा ਦੇ अंदर टिके रहे। ਤਾਂ ਇਥੋਂ ਸਾਨੂੰ ਜੀਵਨ ਦੀ ਸੇਧ ਮਿਲ ਰਹੀ ਹੈ ਕਿ ਅਸੀਂ ਸੱਚ ਦੇ ਨਾਲ ਜੇ ਜੁੜੇ ਰਹਾਂਗੇ ਤਾਂ ਸਾਡਾ ਆਤਮਿਕ ਜੀਵਨ ਬਚ ਸਕਦਾ ਹੈ। ਇਹ ਪੋਸੀਬਿਲਿਟੀ ਸਾਰਿਆਂ ਦੇ ਅੰਦਰ ਮੌਜੂਦ ਹੈ। ਫਰੀਦਾ ਇੱਟ ਸਿਰਾਣੇ ਭੋਏ ਸਵਣ ਕੀੜਾ ਲੜਿਓ ਮਾਸ, ਏਤੜਿਆਂ ਜੁਗ ਵਾਪਰੇ ਇਕਤ ਪਿਆਂ ਪਾਸ। ਇਕਤ ਪਿਆਂ ਪਾਸ, ਇੱਟ ਸਿਰਾਣਾ। ਇੱਟ ਸਿਰਾਣਾ ਦਾ ਮਤਲਬ ਸਿਰਾਣੇ ਥੱਲੇ ਇੱਟ ਆਏਗੀ। ਹੁਣ ਮਖਮਲੀ ਗਦੇਲਿਆਂ ਤੇ ਅਸੀਂ ਸੌਂਦੇ ਆ, ਚੰਗੇ ਚੰਗੇ ਨਰਮ ਸਿਰਾਣੇ, ਕਈ ਵਾਰੀ ਬੰਦਾ ਦੋ ਦੋ ਸਿਰਾਣੇ ਵੀ ਲੈਂਦਾ ਹੈ, ਔਰ ਚੰਗੇ ਪਲੰਘਾਂ ਦੇ ਉੱਤੇ, ਚੰਗੇ ਕੀਮਤੀ ਬੈਡਾਂ ਦੇ ਉੱਤੇ ਸੌਂਦਾ ਹੈ, ਸੈਨੀਟਾਈਜ਼ ਕਰਦਾ ਹੈ, ਮੱਖੀ ਮੱਛਰ ਨੂੰ ਮਾਰਦਾ ਹੈ, ਜਾਲੀਆਂ ਵਾਲੇ ਦਰਵਾਜ਼ੇ ਨੇ ਕਿ ਕੋਈ ਕੀੜਾ ਮਕੌੜਾ, ਮੱਖੀ ਮੱਛਰ ਅੰਦਰ ਨਾ ਆਵੇ, ਸਾਫ਼ ਸਫਾਈ ਰੱਖਦਾ ਹੈ। और हर इंसान का हक भी है, फर्ज भी है कि वो अपने साफ सफाई चौगिरदे रखे, अपने शरीर की संभाल करे, ये हर एक का फर्ज है। पर बाबा फरीद जी कहते ने भी देख किन्नी तू खुशहाली वाली, खुशी वाली, सुखा वाली जिंदगी जी रहे हैं, पर शरीरक तौर पे, शरीरक तल ते ही तू जी भी जा रहे हैं, तो एक दिन ऐसा भी आना है कि तेरे सराने थले जीव पंछियां दियां तुरियां जा रही डारां वांग, जदों तेरी वारी आएगी, डारां दियां डारां चलियां गईयां ना, तो पारोसी के जो हुआ तू अपने भी जान, जो कुछ गुआंढी दे घर विच होया मेरे घर विच भी वापरेगा। अज जे गुआंढी दे घर विच खुशी है ते कल नूं खुशी मेरे घर विच भी आ सकती है, ते अज जे गुआंढी दे घर दे अंदर सोग है तां ओह सोग कल नूं मेरे घर विच भी आ सकदा है। जे गुआंढी बंदा चंगे काम करदा है ते मैं भी ਉਹਨੂੰ ਵੇਖ ਕੇ ਚੰਗੇ ਕਰਮ ਸ਼ੁਰੂ ਕਰ ਦੇਣਾ। ਜੇ ਉਹ ਚੰਗੇ ਕਰਮ ਕਰਕੇ ਸੁਖੀ ਤੇ ਸ਼ਾਂਤ ਹੈ ਤਾਂ ਮੈਂ ਵੀ ਚੰਗੇ ਕੰਮ ਕਰਕੇ ਸੁਖੀ ਤੇ ਸ਼ਾਂਤ ਹੋ ਸਕਦਾ ਹਾਂ, ਮੇਰੇ ਘਰ ਵਿੱਚ ਵੀ ਹੋ ਸਕਦਾ ਹੈ। ਤੇ ਜੇ ਗੁਆਂਢੀ ਦੇ ਘਰ ਦੇ ਅੰਦਰ ਮਾੜੇ ਕਰਮ ਕੀਤਿਆਂ ਕੱਲ ਕਲੇਸ਼ ਹੈ ਨਾ, ਤੇ ਜੇ ਮੈਂ ਆਪਣੇ ਘਰ ਵਿੱਚ ਮਾੜੇ ਕਰਮ ਕਰਾਂਗਾ ਤਾਂ ਮੇਰੇ ਘਰ ਵਿੱਚ ਵੀ ਕੱਲ ਕਲੇਸ਼ ਪੈ ਜਾਏਗਾ। ਇਹ ਨਿਯਮ ਹੈ ਨਾ ਸੰਸਾਰ ਦਾ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਪੰਖੀਆਂ ਦੀਆਂ, ਜੀਵਾਂ ਦੀਆਂ ਡਾਰਾਂ ਚਲੀਆਂ ਗਈਆਂ, ਤਾਂ ਵਾਰੀ ਤਾਂ ਸਾਡੀ ਵੀ ਇੱਕ ਦਿਨ ਆਉਣੀ ਹੈ। ਤਾਂ ਫਿਰ ਕੀ ਹੋਏਗਾ? ਤੇਰੇ ਸਰਾਣੇ ਥੱਲੇ ਇੱਟ ਹੋਏਗੀ। ਜਦੋਂ ਕਬਰ ਦੇ ਅੰਦਰ ਮੁਸਲਮਾਨ ਵੀਰ ਦਬਾਉਂਦੇ ਨੇ, ਕਿਉਂਕਿ ਬਾਬਾ ਫਰੀਦ ਜੀ ਮੁਸਲਮਾਨ ਧਰਮ ਦੇ ਨਾਲ ਸੰਬੰਧਿਤ ਨੇ, ਸੂਫੀ ਨੇ, ਤੇ ਉਹ ਜਿਹੜੀਆਂ ਉਧਰ ਦੀਆਂ ਮਿਸਾਲਾਂ ਉਹ ਜ਼ਿਆਦਾ ਲੈ ਰਹੇ ਨੇ, ਵਰਡਿੰਗ ਵਰਤ ਰਹੇ ਨੇ। ਇੱਟ ਸਿਰਾਣੇ, ਤੇਰੇ ਸਰਾਣੇ ਥੱਲੇ ਇੱਟ ਹੋਏਗੀ। ਹੁਣ ਉੱਥੇ ਸਰਾਣਾ ਤੇ ਰੱਖਣਾ ਨਹੀਂ ਰੂੰ ਦਾ ਭਰਿਆ, ਥੱਲੇ ਗਦੇਲਾ ਤੇ ਵਿਛਾਣਾ ਨਹੀਂ, ਭੋਏ ਸਵਣ ਜ਼ਮੀਨ ਦੇ ਉੱਤੇ ਤੈਨੂੰ ਲਿਟਣਾ ਪਵੇਗਾ। ਕੀੜਾ ਲੜਿਓ ਮਾਸ, ਤੇਰੇ ਮਾਸ ਨੂੰ ਕੀੜੇ ਲੜਨਗੇ, ਕੀੜੇ ਪੈ ਜਾਣਗੇ ਨਾ। ਹੁਣ ਕੀੜੇ ਖਾਣਗੇ, ਜ਼ਮੀਨ ਵਿੱਚ ਕੀ ਹੋਏਗਾ? ਕੀੜੇ ਖਾਣਗੇ। ਤੇਰੇ ਸਿਰ ਹੇਠਾਂ ਇੱਟ ਹੋਵੇਗੀ, ਕਬਰ ਵਿੱਚ ਤੂੰ ਸੁੱਤਾ ਹੋਏਗਾ, ਪਿਆ ਹੋਏਗਾ, ਤੇ ਤੇਰੇ ਪਿੰਡ ਵਿੱਚ, ਤੇਰੇ ਪਿੰਡੇ ਦੇ ਅੰਦਰ, ਸਰੀਰ ਅੰਦਰ ਕੀੜੇ ਤੁਰਦੇ ਹੋਣਗੇ, ਕੀੜੇ ਤੈਨੂੰ ਲੜਨਗੇ। ਏਤੜਿਆਂ ਜੁਗ ਵਾਪਰੇ। ਹੁਣ ਤਾਂ ਮਾਮੂਲੀ ਜਿਹਾ ਵੱਟ ਵੀ ਪਿਆ ਹੋਏ ਨਾ ਚਾਦਰ ਨੂੰ, ਤੇ ਬੰਦੇ ਨੂੰ ਨੀਂਦ ਨਹੀਂ ਆਉਂਦੀ, ਚੁੱਭਦਾ ਹੈ, ਪਾਸੇ ਪਰਤਦਾ ਹੈ। ਮਾੜੀ ਜੀ ਚਿੰਤਾ ਫਿਕਰ ਹੋਵੇ ਤਾਂ ਬੰਦਾ ਉਸਲ ਵਾਟੇ ਲੈਂਦਾ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਕੇਤੜਿਆਂ ਜੁਗ ਵਾਪਰੇ, ਇਕਤ ਪਿਆਂ ਪਾਸ। ਇੱਕ ਪਾਸੇ ਪਿਆਂ ਢੇਰ ਲੰਮਾ ਲੰਘ ਜਾਏਗਾ, ਤਦੋਂ ਨਾ ਤੈਨੂੰ ਕੋਈ ਜਗਾਏਗਾ, ਨਾ ਤੂੰ ਪਾਸਾ ਹੀ ਪਰਤੇਗਾ।
ਨਾ ਤੂੰ ਪਾਸੇ ਹੀ ਪਰਤੇਗਾ, ਨਾ ਤੈਨੂੰ ਕੋਈ ਜਗਾਉਣ ਵਾਲਾ ਹੋਏਗਾ। ਹੁਣ ਤਾਂ ਤੇਰੇ ਘਰ ਵਾਲੇ ਆਣ ਕੇ ਜਗਾਉਂਦੇ ਨੇ ਵੀ ਉੱਠ ਜਾਵੇ, ਗੋਡੇ ਗੋਡੇ ਦਿਨ ਚੜਿਆ, ਉੱਠ ਕੇ ਰੋਟੀ ਤੇ ਖਾ ਲੈ, ਚਾਹ ਤੇ ਪੀ ਲੈ। ਕਿਸੇ ਨੇ ਤੈਨੂੰ ਜਗਾਉਣਾ, ਨਾ ਤੂੰ ਆਪ ਜਾਗਣਾ। ਹੁਣ ਤਾਂ ਤਕਲੀਫ ਹੋਈ ਪਾਸੇ, ਇੱਕੋ ਪਾਸੇ ਪਿਆ ਹੋਏਗਾ। ਜੁਗਾਂ ਦੇ ਜੁਗ ਸਮੇਂ ਬੀਤ ਜਾਣਗੇ, ਤੇਰੇ ਮਾਸ ਨੂੰ ਕੀੜੇ ਲੜਨਗੇ। ਤਾਂ ਇਸ ਚੀਜ਼ ਤੋਂ ਹੁਣ ਕੋਈ ਬਚਾ ਤਾਂ ਸਕਦਾ ਨਹੀਂ। ਜੇ ਮਿੱਟੀ ਵਿੱਚ ਕਿਉਂਕਿ ਉਹ ਦਬਾਉਂਦੇ ਨੇ ਮੁਸਲਮਾਨ ਵੀਰ, ਤਾਂ ਉਹਨਾਂ ਦੀ ਗੱਲ ਕਹੀ ਜਾ ਰਹੀ ਹੈ। ਤੇ ਜੇ ਲੱਕੜਾਂ ਵਿੱਚ ਜਲਾਉਣ ਦੀ ਗੱਲ ਕੀਤੀ ਜਾਏ, ਤਾਂ ਜੇ ਅੱਜ ਕੱਲ ਭੱਠੀਆਂ ਆ ਗਈਆਂ ਨੇ ਇਲੈਕਟ੍ਰੋਨਿਕ, ਤਾਂ ਵੀ ਬਟਨ ਦੱਬਿਆ ਜਾਣਾ ਤੇ ਬਟਨ ਦੱਬਣ ਤੋਂ ਬਾਅਦ ਸਵਾਹ ਤੇ ਉਹ ਖਿਲਾਰ ਦੇਣੀ ਹੈ ਕਿਤੇ ਨਾ ਕਿਤੇ, ਜਾਂ ਕੋਈ ਰੋਡ ਆਏਗਾ ਕਿਤੇ ਤੀਰਥ ਸਥਾਨ ਤੇ ਜਾ ਕੇ, ਇਹੀ ਹੋਏਗਾ। ਤਾਂ ਬਾਬਾ ਫਰੀਦ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਤੁਸੀਂ ਆਪਣੇ ਜੀਵਨ ਨੂੰ ਐਵੇਂ ਬਰਬਾਦ ਨਾ ਕਰੋ। ਕਿਉਂਕਿ ਮੁਸਲਮਾਨ ਧਰਮ ਦਾ ਖਿਆਲ ਹੈ ਕਿ ਮਨੁੱਖ ਜਿਹੜਾ ਮਰ ਕੇ ਫਿਰ ਜਨਮ ਵਗੈਰਾ ਨਹੀਂ ਧਾਰਦਾ, ਉਹ ਪੁਨਰ ਜਨਮ ਨੂੰ ਨਹੀਂ ਮੰਨਦੇ, ਸਗੋਂ ਕਿਆਮਤ ਤੱਕ ਕਬਰ ਦੇ ਵਿੱਚ ਹੀ ਪਿਆ ਰਹਿੰਦਾ ਹੈ। ਇਹ ਮੁਸਲਮਾਨ ਵੀਰਾਂ ਦਾ ਖਿਆਲ ਹੈ। ਕਿਆਮਤ ਦਾ ਮਤਲਬ ਕਿ ਜਦੋਂ ਇਹ ਸਾਰੀ ਦੁਨੀਆ ਖਤਮ ਹੋ ਜਾਏਗੀ, ਉਹ ਕਿਆਮਤ ਵਾਲਾ ਦਿਨ ਆਏਗਾ, ਤਾਂ ਖੁਦਾ ਜਿਹੜਾ ਹੈ ਮੁਰਦਿਆਂ ਨੂੰ ਕਬਰਾਂ ਦੇ ਵਿੱਚੋਂ ਫਿਰ ਜ਼ਿੰਦਾ ਕਰ ਲਏਗਾ। ਇਹ ਉਹਨਾਂ ਦਾ ਖਿਆਲ ਹੈ। ਉਦੋਂ ਤੱਕ ਤੂੰ ਇੱਕੋ ਪਾਸੇ ਪਿਆ ਰਹੇਗਾ। ਤਾਂ ਇੱਥੇ ਸਮਝਾਇਆ ਸਾਨੂੰ ਇਹ ਜਾ ਰਿਹਾ ਹੈ ਕਿ ਜਦ ਇੱਕ ਦਿਨ ਮਰ ਹੀ ਜਾਣਾ ਹੈ ਸਰੀਰਕ ਤੌਰ ਤੇ, ਤਾਂ ਜਿਉਂਦੇ ਤਾਂ ਨਾ ਮਰੋ। ਜਿਉਂਦੇ ਤੇ ਇੱਕ ਪਾਸੇ ਨਾ ਪੈ ਰਹੋ, ਇੱਕ ਪਾਸੜ ਜ਼ਿੰਦਗੀ ਨਾ ਜੀਵੋ, ਵਿਕਾਰਾਂ ਵਿੱਚ ਖਚਤ ਨਾ ਆਵੋ, ਪਾਸਾ ਪਰਤ ਲਓ। ਆਪਣੀ ਮਾਨਸਿਕਤਾ ਦੀ ਦਿਸ਼ਾ ਚੇਂਜ ਕਰ ਲਓ, ਸੱਚ ਦੇ ਨਾਲ ਜੁੜ ਜਾਓ। ਕਿਸੇ ਦਾ ਪਾਸਾ ਪਰਤੋ, ਆਪਣਾ ਪਾਸਾ ਪਰਤੋ, ਭਾਵ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਭਾਈਵਾਲ ਬਣੋ, ਕਿਸੇ ਦੀ ਸਾਰ ਖਬਰ ਲਵੋ, ਆਤਮਿਕ ਜ਼ਿੰਦਗੀ ਜੀਵੋ। ਇਹ ਜਿਹੜਾ ਸਮਾਂ ਮਿਲਿਆ ਹੈ, ਜਿੰਨਾ ਵੀ ਕਿਸੇ ਨੂੰ ਜੀਵਨ ਦਾ ਸਮਾਂ ਮਿਲਿਆ ਹੈ, ਇਸ ਸਮੇਂ ਨੂੰ ਚੰਗੇ ਗੁਣਾ ਕਰਕੇ ਬਿਤਾਓ, ਇਹਦਾ ਲਾਭ ਲਓ, ਇਹਦਾ ਚੰਗਾ ਯੂਜ਼ ਕਰੋ, ਮਿਸਯੂਜ਼ ਨਾ ਕਰੋ। ਮੈਂ ਕਈ ਵਾਰ ਕਹਿੰਦਾ, ਸੋਚਦਾ ਵੀ ਹਾਂ ਇਕੱਲਾ ਬੈਠ ਕੇ ਵੀ, ਕਿ ਜ਼ਿੰਦਗੀ ਕਿੰਨੀ ਸੌਖੀ ਹੈ, ਸੁਖਾਲੀ ਹੈ, ਲੇਕਿਨ ਜ਼ਿੰਦਗੀ ਨੂੰ ਅਸੀਂ ਕਿੰਨਿਆਂ ਔਖਿਆਂ ਕਰ ਲਿਆ ਹੈ ਬੰਦੇ ਨੇ ਖੁਦ, ਆਪਣੇ ਵਿਹਾਰ ਕਰਕੇ, ਬੋਲਾਂ ਕਰਕੇ, ਸੋਚ ਕਰਕੇ। ਚਾਹੇ ਉਹਨੂੰ ਆਪਣੇ ਘਰ ਪਰਿਵਾਰਾਂ ਵਿੱਚ ਵੇਖ ਲਓ, ਰਿਸ਼ਤਿਆਂ ਨਾਤਿਆਂ ਵਿੱਚ ਵੇਖ ਲਓ, ਜਾਂ ਸਮਾਜ ਵਿੱਚ, ਰਾਜਨੀਤੀ ਵਿੱਚ ਵੇਖ ਲਓ। ਔਖਾ ਤਾਂ ਬੰਦੇ ਨੇ ਆਪ ਹੀ ਕੀਤਾ ਹੋਇਆ ਨਾ, ਆਪਣੇ ਵਿਹਾਰ ਕਰਕੇ ਹੀ। ਕਿ ਕਿਤੇ ਇਹਦੀ ਸੋਚ ਮਾੜੀ ਹੈ, ਕਿਤੇ ਇਹਦੇ ਬੋਲ ਮਾੜੇ ਨੇ, ਕਿਤੇ ਇਹਦਾ ਵਿਹਾਰ ਮਾੜਾ ਹੈ। ਹੁਣ ਮੇਰੇ ਕੋਲ ਤਾਂ ਘਰ ਨਹੀਂ ਹੈ, ਮੈਂ ਤਾਂ ਦੁਖੀ ਹਾਂ ਕਿ ਮੇਰੇ ਕੋਲ ਘਰ ਨਹੀਂ, ਮੈਂ ਫੁੱਟਪਾਥ ਤੇ ਹਾਂ। ਪਰ ਇੱਕ ਦੇ ਕੋਲ ਤੇ ਬੜੀ ਵੱਡੀ ਕੋਠੀ, 8-10 ਬੈਡਰੂਮ ਦੀ ਕੋਠੀ ਹੈ, ਉਹਦੇ ਕੋਲ ਕਾਰਾਂ ਨੇ, ਉਹਦੇ ਕੋਲ ਜ਼ਮੀਨ ਜਾਇਦਾਦ, ਤੇ ਉਹ ਕਿਉਂ ਦੁਖੀ? ਉਹਨੂੰ ਤੇ ਦੁਖੀ ਨਹੀਂ ਹੋਣਾ ਚਾਹੀਦਾ, ਉਹ ਵੀ ਦੁਖੀ। ਤੇ ਜੇ ਦੂਜੇ ਤੋਂ ਪੁੱਛੀਏ, ਇੱਕ ਤਾਂ ਦੁਖੀ, ਉਹਦੇ ਕੋਲ ਪ੍ਰੋਪਰਟੀ ਨਹੀਂ ਹੈ, ਉਹਦੇ ਕੋਲ ਰੋਟੀ ਕੱਪੜੇ ਮਕਾਨ ਦੀ ਲੋੜ ਪੂਰੀ ਨਹੀਂ ਹੋ ਰਹੀ, ਉਹ ਤੇ ਤਾਂ ਦੁਖੀ ਹੈ। ਤੇ ਦੂਜੇ ਬੰਦੇ ਤੋਂ ਪੁੱਛੀਏ ਵੀ ਤੇਰੇ ਕੋਲ ਤੇ ਇੰਨੀ ਪ੍ਰਾਪਰਟੀ, ਉਹ ਕਹਿੰਦਾ ਮੇਰੇ ਕੋਲ ਬਹੁਤ ਵੱਡੀ ਪ੍ਰਾਪਰਟੀ ਹੈ, ਪ੍ਰਾਪਰਟੀ ਦੀ ਕੋਈ ਪ੍ਰੋਬਲਮ ਨਹੀਂ ਹੈ, ਤੇ ਮੈਂ ਬਹੁਤ ਤੰਗ ਆ, ਮੈਂ ਦੁਖੀ ਆ ਕਿ ਮੇਰੇ ਕੋਲ ਗਿਆਨ ਨਹੀਂ, ਕਾਸ਼ ਮੇਰੇ ਕੋਲ ਗਿਆਨ ਹੁੰਦਾ, ਮੈਂ ਪੜ੍ਹਿਆ ਹੁੰਦਾ। ਯਾਨੀ ਉਹਨੂੰ ਬੌਧਿਕ ਖੁਸ਼ੀ ਨਹੀਂ ਹੈ। ਬੌਧਿਕ ਖੁਸ਼ੀ ਗਿਆਨ ਦੇ ਨਾਲ ਮਿਲੇਗੀ। ਤੇ ਤੀਜੇ ਤੋਂ ਪੁੱਛੀਏ ਵੀ ਤੇਰਾ ਕੀ ਹਾਲ ਹੈ, ਉਹ ਕਹਿੰਦਾ ਮੈਂ ਵੀ ਪਰੇਸ਼ਾਨ ਹਾਂ। ਪੁੱਛੀਏ ਕਿਉਂ? ਉਹ ਕਹਿੰਦਾ ਮੇਰੇ ਕੋਲ ਪ੍ਰਾਪਰਟੀ ਵੀ ਬਹੁਤ ਹੈ ਤੇ ਮੇਰੇ ਕੋਲ ਗਿਆਨ ਵੀ ਬਹੁਤ ਹੈ, 4-5 ਮਾਸਟਰ ਡਿਗਰੀਆਂ ਨੇ, 4-5 ਮਾਸਟਰ ਡਿਗਰੀਆਂ ਕਿਸੇ ਸਬਜੈਕਟ ਤੇ ਕੋ ਮੈਂ ਬੋਲ ਸਕਦਾ, ਗਿਆਨ ਵੀ ਹੈ। ਤੇ ਪੁੱਛੀਏ ਵੀ ਤੇਰੀ ਕੀ ਪ੍ਰੋਬਲਮ ਹੈ? ਐ ਤੇ ਦੁਖੀ ਹੈ, ਪ੍ਰਾਪਰਟੀ ਨਹੀਂ। ਦੂਜਾ ਦੁਖੀ, ਉਹਦੇ ਕੋਲ ਗਿਆਨ ਨਹੀਂ। ਤੇਰੇ ਕੋਲ ਪ੍ਰਾਪਰਟੀ ਔਰ ਗਿਆਨ ਦੋਵੇਂ ਹੈ ਨੇ। ਉਹ ਕਹਿੰਦਾ ਮੈਂ ਦੁਖੀ ਹਾਂ ਕਿ ਮੈਨੂੰ ਇਸ ਦੁਨੀਆ 'ਚੋਂ ਸੱਚਾ ਪਿਆਰ ਨਹੀਂ ਮਿਲਿਆ, ਸਤਿਕਾਰ ਨਹੀਂ ਮਿਲਿਆ। ਮਾਨਸਿਕ ਤੌਰ ਤੇ ਪਰੇਸ਼ਾਨ ਹੈ, ਮਾਨਸਿਕ ਤੌਰ ਤੇ ਪਰੇਸ਼ਾਨ ਹੈ। ਹੁਣ ਉਹ ਬੰਦਾ ਵੀ ਦੁਖੀ ਹੈ, ਇਹਦਾ ਮਤਲਬ ਉਹ ਮਾਨਸਿਕ ਤੌਰ ਤੇ ਪਰੇਸ਼ਾਨ। ਸਰੀਰਕ ਤੌਰ ਤੇ ਸੁੱਖ ਵਾਸਤੇ ਸਾਡੇ ਕੋਲ ਪ੍ਰਾਪਰਟੀ ਚਾਹੀਦੀ ਹੈ, ਪੈਸਾ ਚਾਹੀਦਾ ਹੈ, ਰੋਟੀ ਕੱਪੜੇ ਮਕਾਨ ਦੀਆਂ ਲੋੜਾਂ ਪੂਰੀਆਂ ਹੋਣ। ਬੌਧਿਕ ਸੁੱਖ ਵਾਸਤੇ ਸਾਡੇ ਕੋਲ ਗਿਆਨ ਚਾਹੀਦਾ ਹੈ, ਮਾਨਸਿਕ ਸੁੱਖ ਵਾਸਤੇ ਪਿਆਰ ਔਰ ਸਤਿਕਾਰ ਚਾਹੀਦਾ ਹੈ।
ਤੇ ਜੇ ਚੌਥੇ ਬੰਦੇ ਤੋਂ ਪੁੱਛੇ ਵੀ ਤੇਰਾ ਕੀ ਹਾਲ ਹੈ, ਉਹ ਕਹਿੰਦਾ ਮੇਰਾ ਵੀ ਹਾਲ ਤੁਹਾਡੇ ਵਾਲਾ ਹੀ ਹੈ। ਉਹਨੂੰ ਪੁੱਛੇ ਵੀ ਤੈਨੂੰ ਕੀ ਪ੍ਰੋਬਲਮ ਹੈ, ਉਹ ਕਹਿੰਦਾ ਮੇਰੇ ਕੋਲ ਪ੍ਰੋਪਰਟੀ ਵੀ ਹੈ, ਗਿਆਨ ਵੀ ਹੈ, ਤੇ ਮੈਨੂੰ ਮਾਨ ਸਤਿਕਾਰ ਵੀ ਮਿਲਦਾ ਹੈ, ਬੱਚੇ ਪਿਆਰ ਕਰਦੇ ਨੇ, ਰਿਸ਼ਤੇਦਾਰ ਸਤਿਕਾਰ ਦਿੰਦੇ ਨੇ, ਜਿੱਥੇ ਜਾਣਾ ਮਾਣ ਮਿਲਦਾ ਹੈ ਉਹਨੂੰ। ਲੇਕਿਨ ਕਹਿੰਦਾ ਕਿ ਫਿਰ ਵੀ ਇੰਜ ਪ੍ਰਤੀਤ ਹੁੰਦਾ ਵੀ ਦੁਨੀਆ ਕੁਛ ਨਹੀਂ, ਰੱਬ ਚੁੱਕ ਹੀ ਲਵੇ, ਠੀਕ ਹੈ, ਮੈਨੂੰ ਫਿਰ ਵੀ ਮਤਲਬ ਪਰੇਸ਼ਾਨ ਆ। ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਇਕੱਲਤਾ, ਈਗੋ, ਵਖੇਵਾ, ਯਾਨੀ ਉਹ ਸਮੁੱਚਤਾ ਦੇ ਵਿੱਚ ਜਦੋਂ ਬੰਦਾ ਮਿਲ ਜਾਂਦਾ ਨਾ, ਜਿਹਨੂੰ ਅਸੀਂ ਪ੍ਰਭੂ ਮਿਲਾਪ ਕਹਿੰਦੇ ਆ, ਉਦੋਂ ਬੰਦਾ ਪਰਮ ਸ਼ਾਂਤ ਹੋ ਜਾਂਦਾ, ਜਦੋਂ ਗੁਣਾਂ ਦੇ ਵਿੱਚ ਉਹਦੀ ਸੁਰਤ ਜਿਹੜੀ ਲੀਨ ਹੋ ਜਾਂਦੀ ਹੈ। ਤਾਂ ਇਹ ਜ਼ਿੰਦਗੀ ਸਾਡੀ ਐਵੇਂ ਬੀਤ ਰਹੀ ਹੈ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਇਸ ਜੀਵਨ ਨੂੰ ਸਫਲ ਕਰੋ। ਹੁਣ ਗੁਰਬਾਣੀ ਨੇ ਸਾਨੂੰ ਇਹ ਚਾਰੇ ਸੁੱਖ ਮਾਣਨ ਵਾਸਤੇ ਬੜੇ ਸੋਹਣੇ ਸਾਧਨ ਦਿੱਤੇ ਨੇ, ਸੌਖੇ। ਜਿੱਥੋਂ ਤੱਕ ਪ੍ਰਾਪਰਟੀ ਦੀ ਗੱਲ ਹੈ, ਉੱਥੋਂ ਤੱਕ ਗੁਰੂ ਸਾਹਿਬ ਨੇ ਕਿਰਤ ਦਾ ਸਿਧਾਂਤ ਦਿੱਤਾ ਹੈ। ਉਦਮ ਕਰੇਂਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਕਿ ਉਦਮ ਕਰੋ, ਕਿਰਤ ਕਰੋ, ਤੇ ਉਹਦੇ ਨਾਲ ਆਪਣਾ ਰੋਟੀ ਕੱਪੜੇ ਮਕਾਨ ਦੀ ਲੋੜ ਪੂਰੀ ਹੋਏਗੀ, ਸਰੀਰਕ ਸੁਖ ਪੈਦਾ ਹੋਏਗਾ। ਬੌਧਿਕ ਸੁਖ ਵਾਸਤੇ ਗਿਆਨ ਹਾਸਲ ਕਰੋ, ਤੁਸੀਂ ਸਕੂਲਾਂ ਵਿੱਚ ਪੜ੍ਹਾਈ ਕਰੋ। ਤੇ ਜਿਹੜੇ ਅਸੀਂ ਹੁਣ ਸਕੂਲ ਵਗੈਰਾ ਛੱਡ ਬੈਠੇ ਹਾਂ, ਜਾਂ ਸਾਡੀ ਏਜ ਤੇ ਅਸੀਂ ਕਵੀ ਹੁਣ ਅਸੀਂ ਗਿਆਨ ਕਿਵੇਂ, ਤਾਂ ਅਸੀਂ ਹੁਣ ਵੀ ਗਿਆਨ ਹਾਸਲ ਕਰ ਸਕਦੇ ਹਾਂ। ਬਹੁਤ ਸਾਰੀਆਂ ਪੁਸਤਕਾਂ ਨੇ, ਹੁਣ ਤਾਂ ਸਗੋਂ ਸਾਡੇ ਕੋਲ ਟਾਈਮ ਜ਼ਿਆਦਾ ਹੈ। ਅਸੀਂ ਰਿਟਾਇਰ ਹਾਂ, ਜਿਹੜੇ ਰਿਟਾਇਰਡ ਲੋਕ ਉਹਨਾਂ ਕੋਲ ਤਾਂ ਟਾਈਮ ਹੋਰ ਸਗੋਂ ਜ਼ਿਆਦਾ ਹੈ। ਜਨਰਲ ਨੌਲੇਜ ਦੀਆਂ ਪੁਸਤਕਾਂ ਪੜ੍ਹ ਲਓ, YouTube ਦੇ ਉੱਤੇ ਬਹੁਤ ਕੁਝ ਸਿੱਖਣ ਵਾਸਤੇ ਪਿਆ ਹੈ। ਗੁਰਬਾਣੀ ਪੜ੍ਹੋ, ਗੁਰਬਾਣੀ ਦੇ ਅਰਥ ਭਾਵ ਪੜ੍ਹੋ, ਸਿੱਖ ਇਤਿਹਾਸ ਪੜ੍ਹੋ, ਹੋਰ ਧਰਮ ਬਾਰੇ ਜਾਣਕਾਰੀ ਜਿੰਨਾ ਮਰਜ਼ੀ ਨੌਲੇਜ ਪੜ੍ਹ ਲਓ। ਸਾਈਕੋਲੋਜੀ ਦੀਆਂ ਪੁਸਤਕਾਂ ਨੇ, ਉਹ ਪੜ੍ਹੋ, ਤਾਂ ਬੌਧਿਕ ਸੁੱਖ ਮਿਲੇਗਾ ਨਾ, ਗਿਆਨ ਹਾਸਲ ਹੋਏਗਾ। ਜ਼ਰੂਰੀ ਨਹੀਂ ਕਿ ਡਿਗਰੀ ਹੀ ਹੋਏ, ਗਿਆਨ ਤੁਹਾਨੂੰ ਹੋਏਗਾ। ਤੀਜਾ ਹੈ ਕਿ ਪ੍ਰੇਮ, ਆਦਰ ਔਰ ਸਤਿਕਾਰ। ਦੇਖੋ, ਪ੍ਰੇਮ ਕਦੇ ਮੰਗਿਆ ਨਹੀਂ ਮਿਲਦਾ, ਸਤਿਕਾਰ ਮੰਗਿਆ ਨਹੀਂ ਮਿਲਦਾ। ਇਹ ਚੀਜ਼ਾਂ ਆਟੋਮੈਟਿਕਲੀ ਮਿਲਦੀਆਂ ਨੇ। ਪ੍ਰੇਮ ਬਾਹਰੋਂ ਨਹੀਂ ਪਾਇਆ ਜਾਂਦਾ, ਪ੍ਰੇਮ ਅੰਦਰੋਂ ਪ੍ਰਗਟ ਹੁੰਦਾ ਹੈ। ਇੱਕ ਮੈਸੇਜ ਤੁਹਾਡੇ ਕੋਲ ਵੀ YouTube ਤੇ ਆਪਣਾ WhatsApp ਤੇ ਆਉਂਦਾ ਹੋਵੇਗਾ ਕਿ ਕਿਸੇ ਨੇ ਮੂਰਤੀਕਾਰ ਨੂੰ ਦਿਲ ਦੀ ਫੋਟੋ ਬਣਾਉਣ ਵਾਸਤੇ ਕਿਹਾ, ਤੇ ਉਸਨੇ ਦਿਲ ਦੀ ਫੋਟੋ ਬਣਾਈ, ਘਰ ਬਣਾਇਆ ਦਿਲ ਵਰਗਾ, ਲੇਕਿਨ ਉਹਨੂੰ ਦਰਵਾਜ਼ੇ ਨੂੰ ਬਾਹਰ ਕੁੰਡਾ ਨਹੀਂ ਲਗਾਇਆ, ਬਾਹਰ ਕੁੰਡਾ ਨਹੀਂ ਲਗਾਇਆ। ਤੇ ਉਹਨੇ ਪੁੱਛਿਆ, ਤਸਵੀਰ ਜਿੰਨੇ ਬਣਵਾਉਣ ਲਈ ਕਿਹਾ ਸੀ, ਕਹਿਣ ਲੱਗਾ ਯਾਰ ਤੂੰ ਦਿਲ ਦੇ ਇਸ ਘਰ ਨੂੰ ਕੁੰਡਾ ਨਹੀਂ ਬਾਹਰ ਲਗਾਇਆ। ਉਹ ਕਹਿਣ ਲੱਗਾ ਦਿਲ ਦਾ ਦਰਵਾਜ਼ਾ ਬਾਹਰੋਂ ਨਹੀਂ ਖੁੱਲਦਾ, ਅੰਦਰੋਂ ਖੁੱਲਦਾ ਹੈ। ਮਤਲਬ ਇੱਕ ਗੱਲ ਸਮਝਣ ਵਾਸਤੇ ਕਹੀ ਗਈ, ਦਿਲ ਦਾ ਦਰਵਾਜ਼ਾ ਬਾਹਰੋਂ ਨਹੀਂ ਖੁੱਲਦਾ, ਅੰਦਰੋਂ ਖੁੱਲਦਾ ਹੈ। ਤਾਂ ਦੇਖੋ, ਤੁਸੀਂ ਮੇਰਾ ਸਤਿਕਾਰ ਕਦੋਂ ਕਰੋਗੇ? ਜੇ ਮੈਂ ਆਪਣੀ ਔਰ ਤੁਹਾਡੀ ਗੱਲ ਕਰਾਂ ਤਾਂ ਤੁਹਾਡੇ ਕੋਲੋਂ ਮਾਨ ਸਤਿਕਾਰ ਮੈਨੂੰ ਕਿਵੇਂ ਮਿਲ ਸਕਦਾ ਹੈ? ਮੈਂ ਹਮੇਸ਼ਾ ਤੁਹਾਡੀ ਨਿੰਦਿਆ ਕਰਾਂ, ਤੁਹਾਡੀ ਬਦਖੋਈ ਕਰਾਂ, ਤੁਹਾਡਾ ਨੁਕਸਾਨ ਕਰਾਂ, ਤੁਹਾਡੇ ਵਿਰੋਧ ਵਿੱਚ ਬੋਲਾਂ, ਤਾਂ ਕੀ ਤੁਸੀਂ ਮੈਨੂੰ ਮਾਣ ਆਦਰ ਦਿਓਗੇ, ਪਿਆਰ ਦਿਓਗੇ? ਬਿਲਕੁਲ ਵੀ ਨਹੀਂ। ਹੁਣ ਤੁਹਾਡੇ ਕੋਲੋਂ ਮੈਨੂੰ ਨਫ਼ਰਤ ਮਿਲ ਰਹੀ ਹੈ, ਤਾਂ ਨਫ਼ਰਤ ਕਿਉਂ ਮਿਲ ਰਹੀ ਹੈ? ਨਹੀਂ ਕਿ ਤੁਸੀਂ ਗਲਤ ਹੋ, ਕਿਉਂਕਿ ਮੇਰਾ ਵਿਹਾਰ ਗਲਤ ਹੈ ਨਾ। ਤੇ ਜੇ ਮੈਂ ਤੁਹਾਡੀ ਪ੍ਰਸ਼ੰਸਾ ਕਰਦਾ ਹਾਂ, ਤੁਹਾਡੇ ਚੰਗੇ ਕੰਮਾਂ ਦਾ ਪ੍ਰਸ਼ੰਸਾ ਕਰਦਾ ਹਾਂ, ਮੇਰਾ ਬੋਲ ਚਾਲ ਤੁਹਾਡੇ ਨਾਲ ਠੀਕ ਹੈ, ਵਿਹਾਰ ਠੀਕ ਹੈ, ਮੈਂ ਤੁਹਾਡਾ ਕੋਈ ਨੁਕਸਾਨ ਹੋ ਰਿਹਾ ਉਹ ਬਚਾਉਂਦਾ ਹਾਂ, ਤੁਹਾਡੀ ਇੱਜ਼ਤ ਬੇਇੱਜ਼ਤੀ ਦਾ ਮੈਂ ਭਾਈਵਾਲ ਹਾਂ, ਤਾਂ ਤੁਸੀਂ ਮੈਨੂੰ ਪਿਆਰ ਕਰੋਗੇ, ਸਤਿਕਾਰ ਦਿਓਗੇ। ਇਹਦਾ ਮਤਲਬ ਜੇ ਅਸੀਂ ਪਿਆਰ ਔਰ ਸਤਿਕਾਰ ਲੈਣਾ ਚਾਹੁੰਦੇ ਹਾਂ, ਮਾਨਸਿਕ ਸ਼ਾਂਤੀ, ਤਾਂ ਸਾਨੂੰ ਆਪਣੀ ਸੋਚ ਬਦਲਣੀ ਪਵੇਗੀ, ਆਪਣਾ ਆਪਾ ਬਦਲਣਾ ਪਵੇਗਾ, ਤਾਂ ਹੀ ਪਿਆਰ ਸਤਿਕਾਰ ਮਿਲੇਗਾ ਨਾ। ਹੁਣ ਰਹਿ ਗਈ ਗੱਲ ਚੌਥੀ, ਤਾਂ ਆਪਣੇ ਆਪ ਨੂੰ ਇਸ ਸਮੁੱਚਤਾ ਦੇ ਨਾਲ ਜੋੜਨਾ ਹੈ। ਆਪਣੀਆਂ ਭਾਵਨਾਵਾਂ ਜਦੋਂ ਮੇਰੀਆਂ ਵੱਖਰੀਆਂ ਹੋਣਗੀਆਂ, ਮੇਰੇ ਅੰਦਰ ਈਗੋ ਹੋਏਗੀ, ਇਨਫੀਰੀਓਰਿਟੀ ਕੰਪਲੈਕਸ ਹੋਏਗੀ, ਤਾਂ ਵੀ ਮੈਂ ਸ਼ਾਂਤ ਰਹਾਂਗਾ। ਜੇ ਸੁਪਰੀਓਰਿਟੀ ਕੰਪਲੈਕਸ ਹੋਏਗੀ ਤਾਂ ਵੀ ਮੈਂ ਅਸ਼ਾਂਤ ਰਹਾਂਗਾ। ਇਹ ਮੇਰੀ ਈਗੋ
ਹੋਮੇ ਦੀਰਘ ਰੋਗ ਹੈ, ਇਹ ਮੇਰੇ ਵਾਸਤੇ ਰੋਗ ਬਣ ਜਾਏਗਾ। ਤਾਂ ਜੇ ਮੈਂ ਇਹਦੇ ਤੋਂ ਮੁਕਤ ਹੋਣਾ ਚਾਹੁੰਦਾ ਤਾਂ ਫਿਰ ਮੈਨੂੰ ਇਨਫੀਰੀਓਰਿਟੀ ਕੰਪਲੈਕਸ ਤੋਂ ਵੀ ਬਾਹਰ ਆਉਣਾ ਚਾਹੀਦਾ ਹੈ ਔਰ ਸੁਪਰੀਓਰਿਟੀ ਕੰਪਲੈਕਸ ਤੋਂ ਵੀ ਬਾਹਰ ਆਉਣਾ ਚਾਹੀਦਾ ਹੈ। ਮੈਨੂੰ ਸਵਾਭਿਮਾਨੀ ਹੋਣਾ ਚਾਹੀਦਾ ਹੈ। ਮੈਨੂੰ ਇਹ ਵੇਖਣਾ ਚਾਹੀਦਾ ਹੈ ਕਿ ਜਿਵੇਂ ਦੀਆਂ ਭਾਵਨਾਵਾਂ ਮੇਰੀਆਂ ਨੇ ਉਵੇਂ ਦੀਆਂ ਦੂਜਿਆਂ ਦੀਆਂ ਨੇ। ਤਾਂ ਮੈਂ ਜਦੋਂ ਇਸ ਤਰ੍ਹਾਂ ਕਰਾਂਗਾ ਫਿਰ ਮੈਂ ਸ਼ਾਂਤ ਹੋ ਸਕਦਾ ਹਾਂ। ਤਾਂ ਬਾਬਾ ਫਰੀਦ ਜੀ ਕਹਿ ਰਹੇ ਨੇ, ਦੇਖ ਤੇਰੇ ਨਾਲ ਇਹ ਕੁਛ ਵਾਪਰੇਗਾ, ਤੈਨੂੰ ਮੜੀ ਦੇ ਵਿੱਚ ਕਬਰ ਦੇ ਵਿੱਚ ਪੈਣਾ ਪਵੇਗਾ, ਸਰਾਣੇ ਤੇਰੇ ਇੱਟ ਹੋਏਗੀ, ਉੱਤੇ ਤੇਰੇ ਮਿੱਟੀ ਪਈ ਹੋਏਗੀ, ਮਾਸ ਤੇਰੇ ਕੀੜੇ ਖਾ ਰਹੇ ਹੋਣਗੇ, ਇੱਕੋ ਪਾਸੇ ਪਿਆ ਯੁਗਾਂ ਬੀਤ ਜਾਣੇ ਨਾ। ਹੁਣ ਗਫਲਤ ਹੋ ਕੇ ਨਾ ਸੌਂ, ਹੁਣ ਗਫਲਤ ਦੀ ਨੀਂਦ ਵਿੱਚ ਨਾ ਸੌਂ, ਸੁਚੇਤ ਹੋ, ਤੈਨੂੰ ਹੁਣ ਵੀ ਕੀੜੇ ਖਾ ਰਹੇ ਨੇ, ਅਕਾਮ ਕ੍ਰੋਧ ਆਦਿਕ। ਤੂੰ ਹੁਣ ਵੀ ਚਿੰਤਾ ਫਿਕਰ ਕਰਕੇ ਮਤਲਬ ਇੱਕੋ ਪਾਸੇ ਹੀ ਤੂੰ ਪਿਆ ਹੋਇਆ ਹੈ, ਵਿਕਾਰਾਂ ਦੇ ਵਿੱਚ ਹੀ ਤੂੰ ਗ੍ਰਸਤ ਹੈਗਾ। ਤਾਂ ਜ਼ਿੰਦਾ ਰਹਿੰਦਿਆਂ ਤਾਂ ਨਾ ਜੇ ਜਿਉਂਦਾ ਹੈ ਤਾਂ ਜ਼ਿੰਦਾ ਹੋਣ ਦਾ ਸਬੂਤ ਵੀ ਪੇਸ਼ ਕਰਨਾ। ਤਾਂ ਸਾਨੂੰ ਇੱਥੇ ਸਮਝਾਇਆ ਜਾ ਰਿਹਾ ਹੈ ਕਿ ਪਿਆਰਿਓ, ਸੱਚ ਦੇ ਨਾਲ ਜੁੜੋ, ਮਨ ਵਚਨ ਕਰਮ ਕਰਕੇ ਸ਼ੁਭ ਗੁਣਾਂ ਦੇ ਨਾਲ ਜੁੜੋ। ਜਿਹੜਾ ਇਹ ਜੀਵਨ ਮਿਲਿਆ ਹੈ ਇਹਨੂੰ ਐਵੇਂ ਬਰਬਾਦ ਨਾ ਕਰੋ, ਇਹਨੂੰ ਚੰਗੇ ਢੰਗ ਦੇ ਨਾਲ ਗੁਜ਼ਾਰੋ, ਇਹਨੂੰ ਚੰਗੇ ਢੰਗ ਦੇ ਨਾਲ ਗੁਜ਼ਾਰੋ। ਜਿਹੜਾ ਵਿਹਾਰ ਆਪਣੇ ਵਾਸਤੇ ਨਹੀਂ ਚਾਹੁੰਦੇ ਦੂਜਿਆਂ ਨਾਲ ਨਾ ਕਰੋ, ਜਿਹੜੇ ਬੋਲ ਆਪ ਨਹੀਂ ਸੁਣਨਾ ਚਾਹੁੰਦੇ ਦੂਜਿਆਂ ਵਾਸਤੇ ਨਾ ਬੋਲੋ। ਜੇ ਕਿਸੇ ਨੂੰ ਸੁੱਖ ਨਹੀਂ ਦੇ ਸਕਦੇ ਤਾਂ ਘੱਟ ਤੋਂ ਘੱਟ ਦੁੱਖ ਤਾਂ ਨਾ ਦਿਓ। ਫਰੀਦਾ ਭੰਨੀ ਘੜੀ ਸਵੰਨਵੀਂ, ਟੁੱਟੀ ਨਾਗਰ ਲੱਜ, ਅਜ਼ਰਾਈਲ ਫਰੇਸ਼ਤਾ, ਕਹਿ ਕਰ ਨਾਠੀ ਅੱਜ। ਭੰਨੀ ਦਾ ਮਤਲਬ ਟੁੱਟ ਗਈ, ਸਵੰਨਵੀਂ ਦਾ ਮਤਲਬ ਸੋਹਣੇ ਰੰਗ ਵਾਲੀ, ਘੜੀ ਦਾ ਮਤਲਬ ਸਾਡਾ ਸਰੀਰ ਰੂਪ ਬਰਤਨ। ਇੰਡੀਆ ਵਿੱਚ ਤੁਸੀਂ ਦੇਖਿਆ ਹੋਵੇਗਾ ਨਾ, ਪਾਣੀ ਭਰਨ ਵਾਸਤੇ ਘੜੇ ਹੁੰਦੇ ਸਨ ਵੱਡੇ, ਤੇ ਫਿਰ ਉਹਦੇ ਤੋਂ ਛੋਟੇ ਇੱਕ ਘੜਾ ਹੁੰਦਾ ਸੀ, ਉਹਨੂੰ ਘੜੀ ਕਹਿੰਦੇ ਸਨ। ਘੜੇ ਤੋਂ ਤੀਜਾ ਅੱਧਾ ਹਿੱਸਾ ਜਾਂ ਅੱਧੇ ਤੋਂ ਵੀ ਛੋਟੀ ਹੁੰਦੀ ਸੀ, ਤੇ ਬੀਬੀਆਂ ਪਾਣੀ ਭਰਨ ਜਾਂਦੀਆਂ ਸਨ, ਘੜਾ ਰੱਖਣਾ, ਉਹਦੇ ਉੱਤੇ ਨਿੱਕੀ ਘੜੀ ਭਰ ਕੇ ਰੱਖ ਲੈਣੀ। ਘੜੀ ਦਾ ਮਤਲਬ ਹੈ ਸਰੀਰ ਰੂਪੀ ਘੜੀ। ਭੰਨੀ ਦਾ ਮਤਲਬ ਭੱਜ ਗਈ, ਟੁੱਟ ਗਈ। ਟੂਟੀ ਨਾਗਰ ਲੱਜ, ਨਾਗਰ ਦਾ ਮਤਲਬ ਸੋਹਣੀ, ਲੱਜ ਦਾ ਮਤਲਬ ਰੱਸੀ। ਔਰ ਤੁਹਾਡੇ ਵਿੱਚੋਂ ਬਹੁਤਿਆਂ ਦੇ ਵਿੱਚੋਂ ਖੂਹਾਂ ਚੋਂ ਪਾਣੀ ਕੱਢਿਆ ਹੋਣਾ ਬਾਲਟੀਆਂ ਦੇ ਨਾਲ ਰੱਸੀਆਂ ਬੰਨ੍ਹ ਕੇ। ਕਈ ਲੋਕ ਘੜੀਆਂ ਦੇ ਨਾਲ ਰੱਸੀ ਬੰਨ ਲੈਂਦੇ ਸੀ, ਰਿਸ਼ਕ ਬਾਈ ਗੰਢ ਪਾ ਕੇ ਘੜੀ ਦੇ ਗਲ ਵਿੱਚ ਪਾ ਦੇਣੀ, ਤੇ ਉਸ ਘੜੀ ਨੂੰ ਫਿਰ ਪਾਣੀ ਦੇ ਵਿੱਚ ਡੋਬਣਾ, ਤੇ ਉਸ ਘੜੀ ਦੇ ਨਾਲ ਪਾਣੀ ਬਾਹਰ ਕੱਢਦੇ ਸੀ। ਤੇ ਕਈ ਵਾਰ ਹੋਣਾ ਵੀ ਲੱਜ ਟੁੱਟ ਗਈ, ਖਿੱਚ ਰਹੇ ਆ, ਜਿਹੜੀ ਰੱਸੀ ਨਾਲ ਖਿੱਚ ਰਹੇ ਆ ਉਹ ਰੱਸੀ ਟੁੱਟ ਗਈ, ਤੇ ਰੱਸੀ ਟੁੱਟਣ ਦੇ ਨਾਲ ਜਿਹੜੀ ਇਹ ਘੜੀ ਥੱਲੇ ਨੂੰ ਡਿੱਗ ਕੇ ਦੀਵਾਰ ਦੇ ਨਾਲ ਘੜੀ ਵੱਜ ਕੇ ਘੜੀ ਵੀ ਭੱਜ ਗਈ, ਘੜੀ ਵੀ ਟੁੱਟ ਗਈ। ਤਾਂ ਬਾਬਾ ਫਰੀਦ ਜੀ ਕਹਿ ਰਹੇ ਨੇ, ਹੁਣ ਸਾਡੀ ਵੀ ਇੱਕ ਘੜੀ ਹੈ, ਇਹ ਸਰੀਰ ਘੜੀ, ਘੜਾ ਹੈ, ਘੜੀ ਕਹਿ ਲੋ, ਘੜਾ ਕਹਿ ਲੋ, ਇਹ ਵੀ ਇੱਕ ਲੱਜ ਦੇ ਨਾਲ ਵੱਜਾ ਹੋਇਆ ਹੈ। ਲੱਜ ਦਾ ਮਤਲਬ ਰੱਸੀ, ਤੇ ਉਹ ਰੱਸੀ ਕਿਹੜੀ? ਸਾਡੀ ਸਵਾਸਾਂ ਦੀ। ਸਵਾਸ ਆ ਰਹੇ ਨੇ ਨਾ, ਸਵਾਸ ਆ ਰਹੇ ਨੇ, ਇੱਕ ਰੱਸੀ ਹੈ, ਇੱਕ ਚੈਨ ਚੱਲਦੀ ਹੈ, ਅਸੀਂ ਜਿੰਦਾ ਹਾਂ। ਆਦਮੀ ਕਹਿੰਦੇ ਹੀ ਇਹਨੂੰ ਤਾਂ ਨੇ, ਆਦਮੀ। ਦਮ ਦਾ ਮਤਲਬ ਸਵਾਸ, ਆ ਦਾ ਮਤਲਬ ਆ ਰਿਹਾ ਹੈ, ਦਮ ਆ ਰਿਹਾ ਹੈ ਨਾ, ਇਹ ਆਦਮੀ ਹੈ। ਤੇ ਜੇ ਦਮ ਆਉਣਾ ਬੰਦ ਹੋ ਜਾਏ ਤੇ ਫਿਰ ਮੁਰਦਾ ਹੋ ਜਾਂਦਾ। ਬੰਦਾ ਤੇ ਉਹੀ ਹੁੰਦਾ ਹੈ, ਸਵਾਸ ਆਉਣਾ, ਅੰਦਰਲਾ ਸਵਾਸ ਅੰਦਰ ਰਹਿ ਗਿਆ, ਬਾਹਰ ਨਹੀਂ ਆਇਆ ਤੇ ਬੰਦਾ ਮੁਰਦਾ, ਬਾਹਰ ਦਾ ਸਵਾਸ ਅੰਦਰ ਨਹੀਂ ਗਿਆ ਤੇ ਮੁਰਦਾ। ਦਮ ਦੇ ਸਿਰ ਤੇ ਆਦਮੀ ਹੈ ਨਾ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਹੇ ਫਰੀਦ ਵੇਖ, ਤੇਰੇ ਗੁਆਂਢ ਕਿਸੇ ਬੰਦੇ ਦਾ ਸਰੀਰ ਰੂਪੀ ਸੋਹਣੇ ਰੰਗ ਵਾਲਾ ਭਾਂਡਾ ਭੱਜ ਗਿਆ ਹੈ, ਤੇ ਉਹਦੀ ਸਵਾਸਾਂ ਦੀ ਲੱਜ ਟੁੱਟ ਗਈ ਹੈ। ਵੇਖ, ਕਿਸੇ ਦਾ ਸਵਾਸਾਂ ਦੀ ਲੱਜ ਟੁੱਟ ਗਈ ਹੈ, ਸਵਾਸ ਆਉਣੇ ਬੰਦ ਹੋ ਗਏ ਨੇ, ਤੇ ਉਹਦਾ ਬੜਾ ਸੋਹਣਾ ਸਰੀਰ ਜਿਹੜਾ ਹੈ ਉਹ ਟੁੱਟ ਗਿਆ ਹੈ, ਭੱਜ ਗਿਆ ਹੈ, ਭਾਵ ਉਹਦੀ ਮੌਤ ਹੋ ਗਈ ਹੈ। ਅਜ਼ਰਾਈਲ ਫਰਿਸ਼ਤਾ, ਕਹਿ ਘਰ ਨਾਠੀ ਅੱਜ। ਕਹਿ ਘਰ ਦਾ ਮਤਲਬ ਕਿਸ ਦੇ ਘਰ ਵਿੱਚ, ਨਾਠੀ ਦਾ ਮਤਲਬ ਹੁੰਦਾ ਹੈ ਪ੍ਰਾਹੁਣਾ।
ਨਾਠੀ ਦਾ ਮੀਨਿੰਗ ਹੈਗਾ ਪ੍ਰਾਹੁਣਾ। ਘਰ ਦਾ ਮਤਲਬ ਘਰ ਵਿੱਚ, ਅੱਜ ਦਾ ਮਤਲਬ ਅੱਜ। ਅਜ਼ਰਾਈਲ ਫਰਿਸ਼ਤਾ ਇੱਕ ਮੌਤ ਦਾ ਫਰਿਸ਼ਤਾ ਮੰਨਿਆ ਗਿਆ ਹੈ। ਮੌਤ ਦਾ ਫਰਿਸ਼ਤਾ ਜਿਹੜਾ ਬੰਦੇ ਨੂੰ ਲੈਣ ਵਾਸਤੇ ਆਉਂਦਾ ਹੈ। ਜਿਵੇਂ ਹਿੰਦੂ ਵੀਰ ਨੇ ਉਹ ਕਹਿੰਦੇ ਨੇ ਜੰਮ ਲੈਣ ਆਉਂਦੇ ਨੇ ਝੋਟੇ ਤੇ ਚੜ ਕੇ, ਮੁਸਲਮਾਨ ਵੀਰ ਅਜ਼ਰਾਈਲ ਫਰਿਸ਼ਤੇ ਨੂੰ ਮੰਨਦੇ ਨੇ। ਤਾਂ ਇੱਥੇ ਗੱਲ ਸਿਰਫ ਹੈਗੀ ਹੈ ਮੌਤ ਦੀ। ਅੱਜ ਕਿਹਦੇ ਘਰ ਮੌਤ ਦਾ ਫਰਿਸ਼ਤਾ ਅਜ਼ਰਾਈਲ ਆਏਗਾ? ਅੱਜ ਕਿਹਦਾ ਪ੍ਰਾਹੁਣਾ ਬਣੇਗਾ? ਪੰਛੀਆਂ ਦੀਆਂ ਡਾਰਾਂ ਵਿੱਚੋਂ ਨਿਤ ਤੇਰੇ ਸਾਹਮਣੇ ਕਿਸੇ ਨਾ ਕਿਸੇ ਦੀ ਤੁਰਨ ਦੀ ਵਾਰੀ ਆ ਰਹੀ ਹੈ। ਤਾਂ ਅੱਜ ਜਿਹੜਾ ਮੌਤ ਦਾ ਫਰਿਸ਼ਤਾ ਹੈ ਕਿਹਦੇ ਘਰ ਪ੍ਰਾਹੁਣਾ ਹੋਏਗਾ? ਅੱਜ ਕਿਸੇ ਹੋਰ ਗੁਆਂਢੀ ਦੇ ਤੇ ਪਰਸੋਂ ਨੂੰ ਆਖਿਰ ਤੇਰੀ ਵਾਰੀ ਵੀ ਆ ਜਾਣੀ ਹੈ ਨਾ। ਤਾਂ ਇੱਥੇ ਸਾਨੂੰ ਇਹ ਸਮਝਾਇਆ ਜਾ ਰਿਹਾ ਹੈ ਕਿ ਇਸ ਸੰਸਾਰ ਦੇ ਅੰਦਰ ਹਰ ਇਨਸਾਨ ਦੀ ਸਵਾਸਾਂ ਦੀ ਲੜੀ ਟੁੱਟ ਜਾਂਦੀ ਹੈ। ਇਹ ਸਰੀਰ ਰੂਪੀ ਜਿਹੜਾ ਕੜਾ ਹੈ ਭੱਜ ਜਾਂਦਾ ਹੈ ਤੇ ਇਹ ਬੰਦਾ ਮੌਤ ਦਾ ਗਰਾਸ ਬਣ ਜਾਂਦਾ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਅੱਜ ਜਿਹੜਾ ਇਹ ਮੌਤ ਦਾ ਫਰਿਸ਼ਤਾ ਹੈ ਕਿਹਦੇ ਘਰ ਪ੍ਰਾਹੁਣਾ ਬਣੇਗਾ? ਇਹਦਾ ਮਤਲਬ ਕਿ ਕਿਸੇ ਨਾ ਕਿਸੇ ਦੀ ਅੱਜ ਵੀ ਮੌਤ ਹੋਏਗੀ ਨਾ, ਯਾਨੀ ਤੇਰੀ ਵੀ ਮੌਤ ਜ਼ਰੂਰ ਹੋਏਗੀ। ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨੇ, ਪਰ ਉਸੇ ਕੇ ਜੋ ਹੁਆ ਤੂੰ ਆਪਣੇ ਪੀ ਜਾਨ। ਅੱਜ ਦੇਖ ਤੂੰ ਆਪਣੇ ਮੋਢਿਆਂ ਦੇ ਉੱਤੇ ਕਿਸੇ ਦੀ ਲਾਸ਼ ਉਠਾ ਕੇ ਸ਼ਮਸ਼ਾਨ ਭੂਮੀ ਤੱਕ ਪਹੁੰਚਾ ਕੇ ਆਇਆ, ਤਾਂ ਕੱਲ ਨੂੰ ਕੋਈ ਤੇਰੀ ਲਾਸ਼ ਉਠਾ ਕੇ ਸ਼ਮਸ਼ਾਨ ਭੂਮੀ ਤੱਕ ਪਹੁੰਚਾ ਕੇ ਆਏਗਾ। ਜੇ ਅੱਜ ਕੋਈ ਨਹੀਂ ਰਿਹਾ ਤੇ ਕੱਲ ਨੂੰ ਮੈਂ ਵੀ ਨਹੀਂ ਰਹਿਣਾ। ਇੱਥੇ ਸਰੀਰਕ ਮੌਤ ਨੂੰ ਨਿਸ਼ਚਿਤ ਕਿਹਾ ਜਾ ਰਿਹਾ ਹੈ ਕਿ ਸਰੀਰਕ ਤੌਰ ਤੇ ਆਦਮੀ ਜ਼ਰੂਰ ਮਰ ਜਾਏਗਾ, ਖਤਮ ਹੋ ਜਾਏਗਾ। ਤਾਂ ਹੁਣ ਫਿਰ ਕੀ ਕਰੀਏ? ਇੱਥੇ ਡਰਾਇਆ ਨਹੀਂ ਜਾ ਰਿਹਾ, ਨੈਗੇਟਿਵਿਟੀ ਸਾਡੇ ਅੰਦਰ ਨਹੀਂ ਪੈਦਾ ਕੀਤੀ ਜਾ ਰਹੀ, ਸਾਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਦੇਖ ਇੱਕ ਬੰਦਾ ਹੈ, ਉਹ ਝੂਠ ਦੇ ਨਾਲ ਜੁੜ ਗਿਆ, ਵਿਕਾਰੀ ਹੋ ਗਿਆ, ਵਿਵਚਾਰੀ ਹੋ ਗਿਆ ਤੇ ਉਹਦੀ ਆਤਮਿਕ ਤੌਰ ਤੇ ਮੌਤ ਹੋ ਗਈ, ਆਤਮਿਕ ਤੌਰ ਤੇ ਮਰ ਗਿਆ। ਤੇ ਜੇ ਦੂਜੇ ਦੇ ਘਰ ਵਿੱਚ ਵੀ ਚਲਾ ਗਿਆ, ਭਾਵ ਕਿ ਦੂਜੇ ਬੰਦੇ ਕਿਸੇ ਦੇ ਮਨ ਦੇ ਅੰਦਰ ਇਹ ਵਿਕਾਰ ਆ ਗਏ ਤੇ ਉਹ ਵੀ ਮਰ ਜਾਏਗਾ। ਤੇ ਸੱਜਣਾ ਵੇਖ, ਜੇ ਵਿਕਾਰਾਂ ਕਰਕੇ ਇੰਨੇ ਲੋਕ ਆਤਮਿਕ ਮੌਤ ਤੇ ਮਰ ਰਹੇ ਨੇ, ਤੇ ਜੇ ਤੂੰ ਵਿਕਾਰਾਂ ਦੇ ਨਾਲ ਜੁੜ ਗਿਆ, ਤੇਰੀ ਵੀ ਆਤਮਿਕ ਮੌਤ ਹੋ ਜਾਏਗੀ। ਤੈਨੂੰ ਵੀ ਕੋਈ ਆਤਮਿਕ ਮੌਤ ਤੇ ਮਰਨੋਂ ਨਹੀਂ ਬਚਾ ਸਕੇਗਾ। ਇਸ ਲਈ ਸੁਚੇਤ ਰਹਿਣਾ ਹੈ। ਜੋ ਜ਼ਿੰਦਗੀ ਮਿਲੀ ਹੈ ਉਹਨੂੰ ਗੁਣਾਂ ਦੇ ਨਾਲ ਜੁੜ ਕੇ ਜੀਣ ਦੀ ਟਰਾਈ ਕਰਨੀ ਹੈ, ਯਤਨ ਕਰਨਾ ਹੈ, ਅਵਗੁਣਾਂ ਦੇ ਵਿੱਚ ਨਹੀਂ। ਕਿਉਂਕਿ ਇਹ ਸਰੀਰ ਨੇ, ਇਸ ਜੀਵਨ ਨੇ ਇੱਕ ਦਿਨ ਖਤਮ ਹੋ ਜਾਣਾ ਹੈ। ਤਾਂ ਜਦੋਂ ਤੱਕ ਇਹ ਸਾਡੇ ਕੋਲ ਸਮਾਂ ਮਿਲਿਆ ਹੈ, ਇਹਨੂੰ ਚੰਗੇ ਪਾਸੇ ਲਾਣਾ ਹੈ, ਚੰਗੇ ਕੰਮ ਕਰਨੇ ਨੇ, ਭਲਾ ਕਰਨਾ ਹੈ, ਆਪਣੀ ਜ਼ਿੰਦਗੀ ਨੂੰ ਠੀਕ ਢੰਗ ਨਾਲ ਗੁਜ਼ਾਰਨਾ ਹੈ ਤੇ ਜਿੰਨੀ ਕਿਸੇ ਦੀ ਹੈਲਪ ਕਰ ਸਕਦੇ ਆ ਉਹ ਕਰਨ ਦਾ ਯਤਨ ਕਰਨਾ ਹੈ। ਫਰੀਦਾ ਭੰਨੀ ਘੜੀ ਸਵੰਨਵੀਂ, ਟੂਟੀ ਨਾਗਰ ਲੱਜ, ਜੋ ਸੱਜਣ ਭੋਏ ਭਾਰ ਥੇ, ਸੇ ਕਿਉਂ ਆਵੇਂ ਅੱਜ। ਇਹ ਜੋ ਭੋਏ ਲਿਖਿਆ ਨਾ, ਭੋਏ, ਇਹਨੂੰ ਭੋਏ ਪੜਨਾ ਬਿੰਦੀ ਲਾ ਕੇ। ਭੋਏ ਦਾ ਮਤਲਬ ਜ਼ਮੀਨ। ਭੰਨੀ ਘੜੀ ਸਵੰਨਵੀਂ, ਟੂਟੀ ਨਾਗਰ ਲੱਜ, ਨਾਗਰ ਦਾ ਮਤਲਬ ਸੁੰਦਰ, ਲੱਜ ਦਾ ਮਤਲਬ ਰੱਸੀ। ਵੇਖ ਕਿਸੇ ਦਾ ਸਰੀਰ ਰੂਪ ਸੋਹਣੇ ਰੰਗ ਵਾਲਾ ਭਾਂਡਾ ਭੱਜ ਗਿਆ ਤੇ ਉਹਦੀ ਸੋਹਣੀ ਜਿਹੜੀ ਸਵਾਸਾਂ ਦੀ ਲੱਜ ਸੀ ਉਹ ਟੁੱਟ ਗਈ ਹੈ, ਜ਼ਿੰਦਗੀ ਖਤਮ ਹੋ ਗਈ। ਜੋ ਸੱਜਣ ਭੋਏ ਭਾਰ ਥੇ, ਭੋਏ ਦਾ ਮਤਲਬ ਧਰਤੀ ਉੱਤੇ, ਭਾਰ ਥੇ ਦਾ ਮਤਲਬ ਸਨ, ਭਾਰ ਦਾ ਮਤਲਬ ਭਾਰ, ਕਿ ਜਿਹੜੇ ਧਰਤੀ ਦੇ ਉੱਤੇ ਨਿਰਾਭਾਰ ਹੀ ਸਨ। ਹੁਣ ਦੇਖੋ, ਧਰਤੀ ਦੇ ਉੱਤੇ ਨਿਰਾਭਾਰ ਇਹ ਕਿਹਦੇ ਵਾਸਤੇ ਕਿਹਾ ਜਾ ਰਿਹਾ? ਜਿਹੜੇ ਬੰਦੇ ਇਸ ਦੁਨੀਆ ਵਿੱਚ ਸਿਰਫ ਵਿਸ਼ੇ ਵਿਕਾਰਾਂ ਵਾਲੀ ਜ਼ਿੰਦਗੀ ਬਿਤਾ ਰਹੇ ਨੇ, ਖੋਟੇ ਕਰਮ ਕਰ ਰਹੇ ਨੇ, ਈਰਖਾ, ਦਵੇਸ਼, ਵੈਰ ਵਿਰੋਧ, ਜਾਤੀਵਾਦ, ਲੜਾਈ, ਦੰਗੇ ਫਸਾਦ ਫੈਲਾ ਰਹੇ ਨੇ, ਉਹ ਇਸ ਧਰਤੀ ਤੇ ਭਾਰ ਹੀ ਨੇ, ਜਿਨ੍ਹਾਂ ਨੇ ਮਨੁੱਖਤਾ ਦੇ ਭਲੇ ਵਾਸਤੇ ਕੁਝ ਨਹੀਂ ਕੀਤਾ, ਸੰਸਾਰ ਸਮਾਜ ਦੇ ਭਲੇ ਵਾਸਤੇ ਕੁਝ ਨਹੀਂ ਕੀਤਾ, ਕੇਵਲ ਵਿਕਾਰੀ ਜ਼ਿੰਦਗੀ ਜੀਵੀ, ਭਾਰ ਹੀ ਨੇ, ਹੋਰ ਉਹਨਾਂ ਨੇ ਕੀ ਕੀਤਾ। ਸੇ ਕਿਉਂ ਆਵੇਂ ਅੱਜ,
ਉਹ ਬੰਦੇ ਅੱਜ ਕਿਵੇਂ ਆ ਸਕਦੇ ਨੇ, ਕਿਉਂ ਆਵੇਂ, ਅੱਜ ਦਾ ਮਤਲਬ ਅੱਜ ਫਿਰ ਕਿਵੇਂ ਆਉਣ। ਭਾਵ ਕਿ ਇਹ ਮਨੁੱਖਾ ਜਨਮ ਵਾਲਾ ਸਮਾਂ ਤੇ ਹੁਣ ਮਿਲਣਾ ਨਹੀਂ, ਉਹ ਤੇ ਹੁਣ ਖਤਮ ਹੋ ਗਿਆ। ਚਾਹ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ ਕਿ ਜਿਹੜੇ ਭਰਾ ਧਰਤੀ ਉੱਤੇ ਨਿਰਾਭਾਰ ਹੀ ਬਣੇ ਰਹੇ, ਉਹਨਾਂ ਨੂੰ ਮਨੁੱਖਾ ਜਨਮ ਵਾਲਾ ਇਹ ਸਮਾਂ ਦੁਬਾਰਾ ਨਹੀਂ ਮਿਲਣਾ। ਇਹ ਚੀਜ਼ ਨੂੰ ਥੋੜਾ ਜਿਹਾ ਸਮਝਣ ਦਾ ਯਤਨ ਕਰਨਾ ਹੈ। ਮੰਨ ਲਓ ਅਸੀਂ 1 ਘੰਟਾ ਸਮਾਂ, 2 ਘੰਟੇ, 4 ਘੰਟੇ ਜਾਂ ਜ਼ਿੰਦਗੀ ਦਾ ਬਹੁਤਾ ਸਮਾਂ ਅਸੀਂ ਵਿਕਾਰਾਂ ਦੇ ਵਿੱਚ ਗਵਾਇਆ, ਨਿੰਦਾ ਵਿੱਚ, ਚੁਗਲੀ ਵਿੱਚ, ਬਦਖੋਈ ਵਿੱਚ, ਤੇ ਉਹਦਾ ਸਾਨੂੰ ਫਲ ਮਿਲਿਆ ਦੁੱਖ, ਤੇ ਉਹਦਾ ਫਲ ਮਿਲਿਆ ਸਾਨੂੰ ਪਛਤਾਵਾ। ਤਾਂ ਕੀ ਹੁਣ ਪਛਤਾਵਾ ਕਰਨ ਦੇ ਨਾਲ ਉਹ ਸਮਾਂ ਵਾਪਸ ਹੋ ਸਕਦਾ ਹੈ? ਬਿਲਕੁਲ ਵੀ ਨਹੀਂ ਹੋਣਾ। ਜਿਹੜਾ ਸਮਾਂ ਬੀਤ ਗਿਆ ਉਹਨੇ ਵਾਪਸ ਆਉਣਾ ਹੀ ਨਹੀਂ। ਜਿਹੜਾ ਸਮਾਂ ਬੀਤ ਗਿਆ ਉਹਨੇ ਵਾਪਸ ਆਉਣਾ ਹੀ ਨਹੀਂ। ਜਿਹੜੀ ਸਬਜ਼ੀ ਬੀਜਣ ਦਾ ਸਮਾਂ ਸੀ, ਹੁਣ ਉਹ ਕੱਢ ਬੈਠੇ, ਮਹੀਨਾ ਲੇਟ ਹੋ ਗਿਆ, ਤਾਂ ਹੁਣ ਤਾਂ ਫਿਰ ਸਬਜ਼ੀ ਨਹੀਂ ਨਾ ਹੋਣ ਲੱਗੀ। ਜੇ ਹੋਏਗੀ ਤੇ ਬਹੁਤ ਘੱਟ ਨਾ, ਕਿਉਂਕਿ ਸੀਜ਼ਨ ਲੰਘ ਗਿਆ, ਵੱਤਰ ਸੁੱਕ ਗਿਆ। ਕੁਰਤਾ ਬੀਜ ਬੀਜੇ ਨਹੀਂ ਜੰਮੇ, ਸਬਲਾਹਾ ਮੂਲ ਗਵਾਇੰਦਾ। ਕੁਰਤਾ ਬੀਜ ਥੋੜੀ ਬੀਜਿਆ। ਇਸ ਲਈ ਸਹੀ ਸਮੇਂ ਦੇ ਉੱਤੇ ਜਿਹੜੀ ਫਸਲ ਬੀਜੀ ਜਾਏਗੀ ਉਹ ਹੀ ਸਾਨੂੰ ਸਹੀ ਫਲ ਦੇਵੇਗੀ, ਬਾਅਦ ਵਿੱਚ ਪਛਤਾਵਾ ਰਹਿ ਜਾਏਗਾ। ਇਸੇ ਤਰ੍ਹਾਂ ਸਾਰੀ ਜ਼ਿੰਦਗੀ ਜੋ ਅਸੀਂ ਕਰਮ ਕਰ ਰਹੇ ਹਾਂ, ਮੈਂ ਵੀ, ਤੁਸੀਂ ਵੀ, ਹੋਰ ਵੀ ਲੋਕ, ਤਾਂ ਜਿਹੜੇ ਅਸੀਂ ਚੰਗੇ ਕੰਮ ਕਰ ਰਹੇ ਹਾਂ ਉਹਦਾ ਸੁੱਖ ਵੀ ਸਾਨੂੰ ਨਾਲ ਦੇ ਨਾਲ ਮਿਲ ਰਿਹਾ ਹੈ, ਤੇ ਮਾੜੇ ਕਰਮਾਂ ਦਾ ਦੁੱਖ ਵੀ ਮਿਲਦਾ ਹੈ। ਤੇ ਆਖਿਰ ਜਦੋਂ ਮਾੜੇ ਕਰਮ ਕਰ ਕਰਕੇ ਬੰਦਾ ਦੁੱਖ ਸਹਿੜ ਲੈਂਦਾ ਹੈ, ਫਿਰ ਉਹਦੀ ਜ਼ਿੰਦਗੀ ਵਿੱਚ ਪਛਤਾਵਾ ਰਹਿ ਜਾਂਦਾ ਹੈ। ਫਿਰ ਉਹ ਸਮਾਂ ਵਾਪਸ ਨਹੀਂ ਹੋ ਸਕਦਾ ਕਿ ਉਸ ਪਿਛਲੇ ਸਮੇਂ ਵਿੱਚ ਜਾ ਕੇ ਤੇ ਫਿਰ ਉੱਥੇ ਕੋਈ ਸੁਧਾਰ ਕਰ ਸਕੇ। ਐਸਾ ਤੇ ਹੋਣਾ ਨਹੀਂ। ਤਾਂ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ ਕਿ ਇਸ ਸਮੇਂ ਦਾ ਸਹੀ ਪ੍ਰਯੋਗ ਕਰੋ। ਜਿਵੇਂ ਭਗਤ ਕਬੀਰ ਜੀ ਕਹਿੰਦੇ ਨੇ, ਕਾਲ ਕਰੰਤਾ ਅਬਹਿ ਕਰ, ਅਬ ਕਰਤਾ ਸੋਇ ਤਾਲ, ਪਾਛੇ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਵੀ ਜਦੋਂ ਸਿਰ ਤੇ ਕਾਲ ਆ ਗਿਆ, ਸਮਾਂ ਆ ਗਿਆ, ਫਿਰ ਕੁਝ ਨਹੀਂ ਹੋਣਾ। ਮੰਨ ਲਓ ਕੋਈ ਬੱਚਾ ਸਕੂਲ ਜਾ ਰਿਹਾ ਹੈ ਤੇ ਸਕੂਲ ਦਾ ਹੋਮਵਰਕ ਰੋਜ਼ ਨਹੀਂ ਕਰਦਾ, ਪੜ੍ਹਾਈ ਨਹੀਂ ਕਰਦਾ, ਤੇ ਕਹਿੰਦਾ ਹਾਲੇ ਤੇ ਸਾਲ ਪਿਆ ਹੈ ਪੇਪਰਾਂ ਵਿੱਚ, ਤੇ ਐਵੇਂ ਹੀ ਸਮਾਂ ਗਵਾ ਲੈਂਦਾ ਹੈ। ਹੁਣ ਪੇਪਰਾਂ ਦਾ ਸਮਾਂ ਸਿਰ ਤੇ ਆ ਗਿਆ, ਕੱਲ ਤੋਂ ਪੇਪਰ ਸ਼ੁਰੂ ਨੇ, ਤੇ ਹੁਣ ਉਹ ਤਿਆਰੀ ਕਾਹਦੀ ਕਰੇਗਾ? ਜੋ ਸਿਰ ਪਰ ਆਵੇ ਕਾਲ, ਜਦੋਂ ਸਿਰ ਤੇ ਮੌਕਾ ਆ ਗਿਆ ਤੇ ਕੀ ਤਿਆਰੀ ਕਰੇ? ਕਿਤੇ ਅੱਗ ਲੱਗ ਜਾਏ ਤੇ ਬੰਦਾ ਕਵੇ ਵੀ ਫਟਾਫਟ ਕਈਆਂ ਲਿਆਓ, ਖੂਹ ਪੁੱਟੋ, ਤੇ ਖੂਹ ਪੁੱਟ ਕੇ ਪਾਣੀ ਕੱਢੀਏ ਤੇ ਅੱਗ ਬੁਝਾਈਏ। ਹੁਣ ਅੱਗ ਲੱਗੀ ਹੋਵੇ ਤੇ ਉਧਰੋਂ ਮਤਲਬ ਖੂਹ ਥੋੜੀ ਪੁੱਟਿਆ ਜਾਂਦਾ। ਵਿਦੇਸ਼, ਕੋਈ ਦੂਜਾ ਦੇਸ਼ ਕਿਸੇ ਦੇਸ਼ ਤੇ ਹਮਲਾ ਕਰ ਦੇਵੇ ਤੇ ਉਸ ਦੇਸ਼ ਦਾ ਰਾਜਾ ਕਵੇ ਵੀ ਫਟਾਫਟ ਲੋਕਾਂ ਨੂੰ ਭਰਤੀ ਕਰੋ ਤੇ ਫੌਜ ਦੀ ਟ੍ਰੇਨਿੰਗ ਦਿਓ ਤੇ ਆਉਣ ਵਾਲੇ ਦੁਸ਼ਮਣ ਦਾ ਟਾਕਰਾ ਕਰੋ, ਤੇ ਐਵੇਂ ਥੋੜੀ ਹੋਣਾ। ਤਿਆਰੀ ਨਹੀਂ ਨਾ ਕੀਤੀ, ਫਿਰ ਪਛਤਾਵਾ ਰਹੇਗਾ, ਸਮਾਂ ਵਾਪਸ ਨਹੀਂ ਮਿਲਦਾ। ਇਸ ਲਈ ਹਰ ਪਲ ਨੂੰ ਸਹੀ ਢੰਗ ਦੇ ਨਾਲ ਗੁਜ਼ਾਰੋ। ਤਾਂ ਬਾਬਾ ਫਰੀਦ ਜੀ ਕਹਿ ਰਹੇ ਨੇ ਕਿ ਜਿਸ ਸਰੀਰ ਦੀ, ਕਿਸੇ ਦੇ ਸਰੀਰ ਦੇ ਸੋਹਣੇ ਰੰਗ ਵਾਲਾ ਭਾਂਡਾ ਭੱਜ ਗਿਆ, ਸਵਾਸਾਂ ਦੀ ਲੜੀ ਟੁੱਟ ਗਈ, ਤਾਂ ਜਿਹੜੇ ਲੋਕ ਸ਼ੁਭ ਗੁਣਾਂ ਨਾਲੋਂ ਟੁੱਟ ਧਰਤੀ ਤੇ ਨਿਰਾਭਾਰ ਹੀ ਬਣੇ ਰਹੇ, ਉਹਨਾਂ ਨੂੰ ਮਨੁੱਖਾ ਜਨਮ ਵਾਲਾ ਇਹ ਸਮਾਂ ਫਿਰ ਨਹੀਂ ਮਿਲਦਾ। ਤਾਂ ਕਹਿਣ ਦਾ ਮਤਲਬ ਕਿ ਜੋ ਸਮਾਂ ਬੀਤ ਜਾਏ ਉਹ ਸਾਡੇ ਹੱਥ ਨਹੀਂ ਹੁੰਦਾ। ਇਸ ਲਈ ਹਰ ਪਲ ਨੂੰ ਸੱਚ ਦੇ ਨਾਲ ਜੁੜ ਕੇ ਜੀਣ ਦਾ ਯਤਨ ਕਰੋ। ਫਰੀਦਾ ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਅਬ ਹੀ ਚੱਲ ਨਾ ਆਇਆ, ਪੰਜੇ ਵਖਤ ਮਸੀਤ। ਬੇਨਿਵਾਜਾ ਦਾ ਮਤਲਬ ਜਿਸ ਨੇ ਨਮਾਜ਼ ਨਹੀਂ ਪੜਿਆ। ਰੀਤ ਦਾ ਮਤਲਬ ਮਰਿਆਦਾ, ਯਾਨੀ ਜੀਵਨ ਦਾ ਢੰਗ। ਇਹ ਜਿਹੜਾ ਜੀਵਨ ਦਾ ਢੰਗ ਹੈ ਨਾ, ਇਹ ਚੰਗਾ ਨਹੀਂ ਹੈ। ਤਾਂ ਹੁਣ ਬਾਬਾ ਫਰੀਦ ਜੀ ਸਾਨੂੰ ਇਹ ਸਮਝਾ ਰਹੇ ਨੇ, ਮਨ ਨੂੰ ਕਹਿ ਰਹੇ ਨੇ ਕਿ ਇਹ ਮੇਰੇ ਮਨ ਬੇਨਿਵਾਜਾ, ਕੁੱਤੇ ਬਿਰਤੀ ਵਾਲਿਆ, ਇਹ ਜੀਵਨ ਦਾ ਢੰਗ ਚੰਗਾ ਨਹੀਂ ਹੈ। ਅਭੀ ਚੱਲ ਨਾ ਆਇਆ ਪੰਜੇ ਵਕਤ ਮਸੀਤ, ਕਿਉਂਕਿ ਕਦੇ ਵੀ ਉਦਮ ਕਰਕੇ ਪੰਜੇ ਵੇਲੇ ਮਸੀਤ ਨਹੀਂ ਤੂੰ ਆਇਆ। ਦਿਨ ਦੇ ਵਿੱਚ 5 ਸਮਿਆਂ ਵਿੱਚ ਵੀ ਤੂੰ ਮਸੀਤ ਵਿੱਚ ਨਹੀਂ ਆਇਆ। ਤਾਂ ਮੁਸਲਮਾਨ ਵੀਰ ਜਿਹੜੇ ਨੇ ਉਹ 5 ਨਮਾਜ਼ਾਂ ਪੜ੍ਹਦੇ ਨੇ ਦਿਨ ਦੇ ਅੰਦਰ,
जिवें 5 नमाज़ां ने नमाज़े सुबह, नमाज़े पेशीन, नमाज़े दीगर, नमाज़े शाम और नमाज़े खुफ्तन। गुरु साहब जी ने सानू पावन बाणी विच गाइडेंस दिती है कि 5 नमाज़ां वक्त 5 पंजा पंजे 9, पहला सच हलाल दोए, तीजा खैर खुदाए, चौथी नीयत रास, मन पंजवीं सिफत सुनाए, करनी कावा आख के ता मुसलमान सदाए। ਤਾਂ ਇੱਥੇ ਇੱਕ ਗੱਲ ਹੋਰ ਵਿਚਾਰਨ ਵਾਲੀ ਹੈ, ਮਸੀਤ ਕੀ ਹੈ? ਮਸੀਤ ਕੀ ਹੈ? ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਮਿਹਰ ਮਸੀਤ, ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁन्नत, ਸੀਲ ਰੋਜ਼ਾ, ਹੋ ਮੁਸਲਮਾਨ। ਮਿਹਰ ਮਸੀਤ, ਮਿਹਰ ਦਾ ਮਤਲਬ ਦਇਆ। ਦਇਆ ਜਿਹੜੀ ਹੈ ਨਾ, ਇਹ ਮਸੀਤ ਹੈ। ਤੇ ਇੱਥੇ ਆਣ ਕੇ ਸਿਰ ਝੁਕਾਣਾ, ਨਮਾਜ਼ ਕਰਨੀ, ਸਿਰ ਝੁਕਾਣਾ ਦਇਆ ਦੀ ਮਸੀਤ ਦੇ ਵਿੱਚ, ਤਾਂ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਇਹ ਮਨਾ, ਇਹ ਰੀਤ ਤੇਰੀ ਚੰਗੀ ਨਹੀਂ ਹੈ, ਕਿਉਂਕਿ ਤੂੰ ਕਦੇ ਵੀ ਦਇਆ ਦੇ ਘਰ ਵਿੱਚ ਨਹੀਂ ਆਇਆ, ਕਦੇ ਵੀ ਤੂੰ ਦਇਆ ਦੇ ਘਰ ਵਿੱਚ ਨਹੀਂ ਆਇਆ, ਦਇਆ ਦੇ ਨਾਲ ਕਦੇ ਵੀ ਤੂੰ ਜੁੜਿਆ ਨਹੀਂ, ਦਿਨ ਦੇ ਵਿੱਚ 5 ਵਾਰੀ ਵੀ ਤੂੰ ਕਦੇ ਦਇਆ ਨਹੀਂ ਕੀਤੀ, ਤਾਂ ਇਹ ਰੀਤ ਜਿਹੜੀ ਹੈ ਚੰਗੀ ਨਹੀਂ ਹੈ, ਤੂੰ ਵਫਾਦਾਰ ਨਹੀਂ ਹੈ। ਤਾਂ ਇੱਥੇ ਬਾਬਾ ਫਰੀਦ ਜੀ, ਕਈ ਲੋਕ ਕਹਿੰਦੇ ਨੇ ਕਿ ਕੁੱਤਾ ਸ਼ਬਦ ਵਰਤਿਆ ਹੈ ਜਾਂ ਕੁਛ, ਤਾਂ ਇਹ ਸਿਰਫ ਉਹਨਾਂ ਦੇ ਵਾਧੂ ਦੇ ਬੋਲ ਬੁਲਾਰੇ ਨੇ, ਜਾਂ ਵਾਧੂ ਦੇ ਮਤਲਬ ਐਸੇ ਖਿਆਲਾਤ ਨੇ। ਜ਼ਰੂਰਤ ਤਾਂ ਇਹਦੇ ਪਿੱਛੇ ਜੋ ਭਾਵਨਾ ਹੈ ਉਹਨੂੰ ਸਮਝਣ ਦੀ ਜ਼ਰੂਰਤ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਕਿ ਇਹ ਮੇਰੇ ਮਨਾ, ਤੂੰ ਬੇਨਿਵਾਜ਼ਾ ਹੈ, ਪ੍ਰਭੂ ਦੀ ਬੰਦਗੀ ਨਹੀਂ ਕਰਦਾ। 5 ਵੇਲੇ ਜਿਵੇਂ ਮੁਸਲਮਾਨ ਵੀਰ ਨਮਾਜ਼ ਪੜ੍ਹਦੇ ਨੇ, ਕਿ 5 ਵਾਰ ਵੀ ਨਹੀਂ ਦਿਨ ਦੇ ਵਿੱਚ ਤੂੰ ਮਤਲਬ ਸੱਚ ਬੋਲ ਸਕਦਾ, ਸੱਚ ਦੇ ਨਾਲ ਜੁੜ ਸਕਦਾ, ਕਦੇ ਵੀ ਤੂੰ ਚੱਲ ਕੇ ਮਸੀਤ ਦੇ ਵਿੱਚ ਨਹੀਂ ਆਇਆ। ਤਾਂ ਉਸ ਖਿਆਲਾਤ ਨੂੰ ਲੈ ਕੇ ਮੁਸਲਮਾਨਾਂ ਵੀਰਾਂ ਦੇ ਨੂੰ, ਤਾਂ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਸੱਚ ਦੇ ਨਾਲ ਅਸਾਂ ਜੁੜਨ ਦਾ ਯਤਨ ਕਰਨਾ ਹੈ। ਮਿਹਰ ਮਸੀਤ, ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁन्नत, ਤਾਂ ਇਹਨਾਂ ਚੀਜ਼ਾਂ ਦੇ ਗੁਣਾਂ ਦੇ ਧਾਰਨੀ ਹੋਣਾ ਹੈ। ਜੇ ਤੂੰ ਇਹਨਾਂ ਗੁਣਾਂ ਦਾ ਧਾਰਨੀ ਨਹੀਂ ਹੋਇਆ ਤਾਂ ਤੇਰੀ ਜ਼ਿੰਦਗੀ ਬੇਕਾਰ ਹੈ। ਕੁੱਤੇ ਦੇ ਅੰਦਰ ਇੱਕ ਗੁਣ ਹੈ, ਉਹ ਮਾਲਕ ਦਾ ਵਫਾਦਾਰ ਹੁੰਦਾ ਹੈ। ਜਿੱਥੇ ਕੁੱਤੇ ਦਾ ਗੁਣ ਹੈ ਨਾ, ਉੱਥੇ ਗੁਣ ਦੀ ਵੀ ਸਿਫਤ ਕੀਤੀ ਗਈ ਹੈ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬੜੇ ਪਿਆਰ ਨਾਲ ਸਾਨੂੰ ਸਮਝਾਇਆ ਕਿ ਸਵਾਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦਹਰ ਭਜੋ, ਇੱਕ ਮਨ ਹੋਏ ਇੱਕ ਚਿਤ। ਕਿ ਸਵਾਮੀ ਦਾ ਜਿਹੜਾ ਘਰ ਹੈ ਨਾ, ਮਾਲਕ ਦਾ ਘਰ, ਕੁੱਤਾ ਜਿਹੜਾ ਹੈ ਕਦੇ ਵੀ ਨਹੀਂ ਤਜਦਾ, ਛੱਡਦਾ ਨਹੀਂ ਹੈ, ਆਪਣੇ ਮਾਲਕ ਦਾ ਵਫਾਦਾਰ ਹੈ। ਮਾਲਕ ਤੋਂ ਉਹਨੂੰ ਰੋਟੀ ਮਿਲਦੀ ਹੈ ਤੇ ਉਹ ਇੰਨਾ ਵਫਾਦਾਰ ਹੈ ਕਿ ਮਾਲਕ ਸਾਰੀ ਰਾਤ ਸੌਂਦਾ ਹੈ ਤੇ ਕੁੱਤਾ ਉਹਦੇ ਘਰ ਦੀ ਰਾਖੀ ਕਰਦਾ ਹੈ। ਜੇ ਮਾਲਕ ਕੁੱਤੇ ਨੂੰ ਝਿੜਕੇ ਵੀ, ਸੋਟੀ ਵੀ ਮਾਰੇ, ਚੌਂ ਚੌਂ ਕਰਕੇ ਪਰਾਂ ਭੱਜ ਕੇ ਫਿਰ ਮਾਲਕ ਦੇ ਪੈਰਾਂ ਵਿੱਚ ਹੀ ਆ ਲੱਗਦਾ ਹੈ, ਯਾਨੀ ਵਫਾਦਾਰ ਹੈ, ਇੱਕ ਪਲ ਵਾਸਤੇ ਵੀ ਘਰ ਨਹੀਂ ਛੱਡਦਾ। ਤੇ ਬਾਬਾ ਫਰੀਦ ਜੀ ਕਹਿੰਦੇ ਨੇ, ਤੂੰ ਤੇ ਵਫਾਦਾਰੀ ਤੇਰੇ ਵਿੱਚ ਹੈ ਹੀ ਨਹੀਂ, ਸੱਚ ਦੇ ਨਾਲ ਤੂੰ ਕਦੇ ਜੁੜਨ ਦਾ ਯਤਨ ਹੀ ਨਹੀਂ ਕੀਤਾ, ਪ੍ਰਭੂ ਦਾ ਸ਼ੁਕਰਾਨਾ ਨਹੀਂ ਕੀਤਾ, ਤਾਂ ਇਹ ਠੀਕ ਨਹੀਂ ਹੈ। ਤੈਨੂੰ ਵੀ ਵਫਾਦਾਰੀ ਨਿਭਾਣੀ ਚਾਹੀਦੀ ਹੈ, ਸੱਚ ਦੇ ਨਾਲ ਜੁੜਨਾ ਚਾਹੀਦਾ ਹੈ। ਤੇ ਜੇ ਸੱਚ ਦੇ ਨਾਲ ਤੂੰ ਨਹੀਂ ਜੁੜਦਾ, ਮਿਹਰ ਮਸੀਹ ਸਿਦਕ ਮੁਸੱਲਾ ਵਾਲੀ ਜ਼ਿੰਦਗੀ ਨਹੀਂ ਜਿੰਦਾ, ਤਾਂ ਫਿਰ ਤੇਰੀ ਇਹ ਜੀਵਨ ਦਾ ਢੰਗ ਜਿਹੜਾ ਉਹ ਠੀਕ ਨਹੀਂ। ਇਸ ਲਈ ਆਪਣੇ ਜੀਵਨ ਦੇ ਢੰਗ ਨੂੰ ਠੀਕ ਕਰ, ਔਰ ਜੋ ਕੁੱਤਾ ਬਿਰਤੀ ਹੈ ਲਾਲਚ ਵਗੈਰਾ ਵਾਲੀ, ਉਸ ਲਾਲਚ ਬਿਰਤੀ ਨੂੰ ਛੱਡ, ਸੰਤੋਖ ਦਾ ਧਾਰਨੀ ਹੋ, ਮਾਲਕ ਦਾ ਵਫਾਦਾਰ ਹੋ, ਰੱਬੀ ਰਜ਼ਾ ਦੇ ਅੰਦਰ ਜ਼ਿੰਦਗੀ ਗੁਜ਼ਾਰ। ਉੱਠ ਫਰੀਦਾ ਉਦੂ ਸਾਜ, ਸੁਬਹ ਨਿਵਾਜ਼ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਕੱਪ ਉਤਾਰ। ਉਜੂ ਦਾ ਮਤਲਬ ਨਮਾਜ਼ ਪੜਨ ਤੋਂ ਪਹਿਲਾਂ ਹੱਥ ਮੂੰਹ ਧੋਣਾ ਹੈ, ਹੱਥ ਪੈਰ ਧੋਣਾ। ਉਜੂ ਸਾਜ ਦਾ ਮਤਲਬ ਸ਼ੁਰੂ ਕਰ, ਮੂੰਹ ਹੱਥ ਧੋ। ਸੁਬਹ ਦਾ ਮਤਲਬ ਸਵੇਰ ਦੀ, ਨਿਵਾਜ਼ ਗੁਜ਼ਾਰ ਦਾ ਮਤਲਬ ਨਮਾਜ਼ ਪੜ। ਬਾਬਾ ਫਰੀਦ ਜੀ ਮੁਸਲਮਾਨੀ ਖਿਆਲਾਤ ਮੁਤਾਬਕ ਕਹਿ ਰਹੇ ਨੇ ਕਿ ਇਹ ਇਨਸਾਨ ਉੱਠ, ਫਰੀਦ ਉੱਠ,
ਮੂੰਹ ਹੱਥ ਧੋ ਤੇ ਸਵੇਰ ਦੀ ਨਮਾਜ਼ ਪੜ੍ਹ, ਯਾਨੀ ਪ੍ਰਭੂ ਦੀ ਰਜ਼ਾ ਭਾਣੇ ਦੇ ਨਾਲ ਜੋੜ, ਗੁਣਾਂ ਦੇ ਨਾਲ ਜੋੜ। ਯਾਨੀ ਜਦੋਂ ਜ਼ਿੰਦਗੀ ਦੀ ਸ਼ੁਰੂਆਤ ਹੋਵੇ ਸਵੇਰ ਦੀ, ਜਦੋਂ ਵੀ ਜੀਵਨ ਦੀ ਸ਼ੁਰੂਆਤ ਕਰੇ ਉੱਠ ਕੇ, ਤਾਂ ਸੱਚ ਦੇ ਨਾਲ ਤੋਂ ਜੁੜਿਆ ਹੋਇਆ ਹੋਣਾ। ਜੋ ਸਿਰ ਸਾਈਂ ਨਾ ਨਿਵੇਂ ਸੋ ਸਿਰ ਕੱਪ ਉਤਾਰ। ਜਿਹੜਾ ਸਿਰ ਮਾਲਕ ਅੱਗੇ ਨਹੀਂ ਨਿਵਦਾ, ਕੱਪ ਦਾ ਮਤਲਬ ਕੱਟ ਕੇ ਲਾ ਕੇ ਪਰੇ ਸੁੱਟ। ਜੋ ਸਿਰ ਮਾਲਕ ਅੱਗੇ ਨਹੀਂ ਨਿਉਂਦਾ ਉਹ ਸਿਰ ਕੱਟ ਕੇ ਲਾ ਦੇ। ਹੁਣ ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਮਤਲਬ ਹੁਣ ਕੋਈ ਬੰਦਾ ਸਿਰ ਨਹੀਂ ਨਿਵਾਉਂਦਾ ਤੇ ਉਹਦਾ ਸਿਰ ਹੀ ਲਾ ਦੋ। ਸਿਰ ਕਿਹੜਾ ਨਹੀਂ ਨਿਵਦਾ? ਸਾਡੀ ਆਪਣੀ ਅੰਦਰਲੀ ਬਿਰਤੀ ਹੈ, ਸਾਡਾ ਹੰਕਾਰ ਨਹੀਂ ਨਾ ਨਿਵਦਾ। ਤਾਂ ਜਿਹੜਾ ਹੰਕਾਰ ਸਾਈਂ ਅੱਗੇ ਨਿਵਣ ਲਈ ਤਿਆਰ ਨਹੀਂ, ਜਿਹੜਾ ਹੰਕਾਰ ਸੱਚ ਦੇ ਨਾਲ ਜੁੜਨ ਲਈ ਤਿਆਰ ਨਹੀਂ, ਜੋ ਤੈਨੂੰ ਸੱਚ ਨਾਲ ਜੁੜਨ ਤੋਂ ਰੋਕ ਰਿਹਾ ਹੈ, ਉਸ ਸਿਰ ਨੂੰ, ਉਸ ਹੰਕਾਰ ਨੂੰ ਵੱਢ ਕੇ ਪਰੇ ਸੁੱਟ ਦੇ, ਉਸ ਹੰਕਾਰ ਨੂੰ ਖਤਮ ਕਰ ਦੇ। ਆਪਣੇ ਅੰਦਰ ਨਿਮਰਤਾ ਧਾਰਨ ਕਰ ਔਰ ਪ੍ਰਭੂ ਦੇ ਨਾਲ ਜੁੜਨ ਦਾ ਯਤਨ ਕਰ। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ। ਕਾਏ ਦਾ ਮਤਲਬ ਕੀ ਕਰੀਏ? ਜਿਹੜਾ ਸਿਰ ਰੱਬ ਅੱਗੇ ਨਹੀਂ ਨਿਵਦਾ ਉਹਦਾ ਕੀ ਕਰੀਏ? ਜਿਹੜਾ ਹੰਕਾਰ, ਜਿਹੜੀ ਸਾਡੀ ਬਿਰਤੀ ਰੱਬ ਅੱਗੇ ਨਹੀਂ ਜੁੜਦੀ, ਨਹੀਂ ਝੁਕਦੀ ਸੱਚ ਅੱਗੇ, ਉਹਦਾ ਕੀ ਕਰੀਏ? ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਕੁੰਨੇ ਹੇਠ ਜਲਾਈਏ ਬਾਲਣ ਸੰਦੇ ਥਾਏ। ਕੁੰਨੇ ਦਾ ਮਤਲਬ ਹਾਂਡੀ, ਜਿਹਨੂੰ ਅਸੀਂ ਪੰਜਾਬੀ ਵਿੱਚ ਵਲਟੋਈ ਕਹਿ ਦਿੰਦੇ ਆ। ਸੰਦੇ ਦਾ ਮਤਲਬ ਦੇ। ਉਸ ਹੰਕਾਰ ਨੂੰ ਤਾਂ ਚੁੱਲ੍ਹੇ ਦੇ ਅੰਦਰ ਸਾੜ ਦੇਣਾ ਚਾਹੀਦਾ ਹੈ, ਵਲਟੋਈ ਦੇ ਥੱਲੇ। ਸਿਰ ਨੂੰ ਹਾਂਡੀ ਥੱਲੇ ਬਾਲਣ ਦੇ ਥਾਂ ਬਾਲ ਦੇਣਾ ਚਾਹੀਦਾ ਹੈ। ਆਕੜੇ ਹੋਏ ਹੰਕਾਰ ਨੂੰ ਜਿਹੜਾ ਹੈ ਬਾਲਣ ਦੇ ਥਾਂ ਬਾਲ ਦੇਣਾ ਚਾਹੀਦਾ ਹੈ। ਭਾਵ ਕਿ ਅਸੀਂ ਈਗੋ ਕਰਕੇ ਨਹੀਂ ਨਾ ਜੁੜਦੇ ਸੱਚ ਦੇ ਨਾਲ। ਹੋਮੇ ਨਾਵੇਂ ਨਾਲ ਵਿਰੋਧ ਹੈ। ਜਿੱਥੇ ਹੋਮੇ ਹੈ ਉੱਥੇ ਪ੍ਰਭੂ ਦੇ ਗੁਣ ਨਹੀਂ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਿੱਥੇ ਮੈਂ ਹਾਂ ਉੱਥੇ ਤੂੰ ਨਹੀਂ, ਜਿੱਥੇ ਤੂੰ ਹੈ ਉੱਥੇ ਮੈਂ ਨਹੀਂ। ਕਿਉਂਕਿ ਜਿੱਥੇ ਮੈਂ ਹੈ ਉੱਥੇ ਅਗਿਆਨਤਾ ਦਾ ਹਨੇਰਾ ਹੈ, ਜਿੱਥੇ ਤੂੰ ਹੈ ਉੱਥੇ ਗਿਆਨ ਦਾ ਚਾਨਣ ਹੈ। ਤਾਂ ਸਾਨੂੰ ਇਹਨਾਂ ਦੋਹਾਂ ਸ਼ਲੋਕਾਂ ਰਾਹੀਂ ਸਮਝਾਇਆ ਜਾ ਰਿਹਾ ਹੈ ਕਿ ਜਿਹੜਾ ਤੁਹਾਡਾ ਹੰਕਾਰ ਸੱਚ ਅੱਗੇ ਨਹੀਂ ਨਿਵਦਾ, ਉਸ ਹੰਕਾਰ ਦੇ ਸਿਰ ਨੂੰ ਵੱਢ ਕੇ ਪਾਸੇ ਕਰੋ, ਉਹਨੂੰ ਚੁੱਲ੍ਹੇ ਦੇ ਵਿੱਚ ਸਾੜੋ। ਯਾਨੀ ਉਸ ਹੰਕਾਰ ਨੂੰ ਛੱਡ ਕੇ ਤੇ ਸੱਚ ਦੇ ਨਾਲ ਜੁੜਨ ਦਾ ਯਤਨ ਕਰੋ ਔਰ ਪ੍ਰਭੂ ਦੇ ਰਜ਼ਾ ਭਾਣੇ ਵਿੱਚ ਤੁਰੋ, ਰੱਬੀ ਗੁਣਾਂ ਦੇ ਧਾਰਨੀ ਹੋਵੋ, ਜਿਸ ਕਰਕੇ ਇਹ ਜੀਵਨ ਸਾਰਥਕ ਹੋਵੇ ਔਰ ਆਪਣੇ ਸਮੇਂ ਨੂੰ ਵਿਅਰਥ ਨਾ ਗਵਾਓ, ਕਿਉਂਕਿ ਇਸ ਸਮੇਂ ਨੇ ਵਾਪਸ ਮੁੜ ਕੇ ਨਹੀਂ ਆਉਣਾ। ਸਮੇਂ ਨੂੰ ਦੀ ਸਹੀ ਵਰਤੋਂ ਕਰੋ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਖਤਮ ਕਰਦੇ ਹਾਂ।